ਮੁਲਕ ਦੇ ਵਿੱਚ ਦੂਜੀ ਲਹਿਰ ਦੇ ਪ੍ਰਕੋਪ ਤੋਂ ਕਰੀਬ 3 ਮਹੀਨਿਆਂ ਬਾਅਦ ਪਹਿਲੀ ਵਾਰੀ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਨੇ। ਝਾੜੂ ਫੜ ਕੇ ਅੰਮ੍ਰਿਤਸਰ ਦੇ ਵਿੱਚ ਗੱਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਂ ਰਾਜਨੀਤੀ ਦੀ ਪਰਿਭਾਸ਼ਾ ਬਦਲ ਦਿਆਂਗਾ। ਅੰਮ੍ਰਿਤਸਰ ਪਹੁੰਚੇ ਕੇਜਰੀਵਾਲ ਨੇ ਪੰਜਾਬੀਆਂ ਦੇ ਨਾਲ ਬੜੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਨੇ। ਜੈਪਾਲ ਭੁੱਲਰ ਦਾ ਮੁੜ ਪੋਸਟਮਾਰਟਮ ਹੋਵੇਗਾ, ਹੁਕਮ ਜਾਰੀ ਕਰ ਦਿੱਤੇ ਨੇ ਅਦਾਲਤ ਨੇ। ਰਵਨੀਤ ਬਿੱਟੂ ਨੇ ਕਿਉਂ ਤੇ ਕਿਸ ਤੋਂ ਮਾਫੀ ਮੰਗੀ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਪਹਿਲਾਂ ਸ਼ਨੀਵਾਰ ਦੀ ਲੋਕ ਰਾਏ ਦਾ ਨਤੀਜਾ ਦੇਖ ਲੈਂਦੇ ਹਾਂ। ਲੋਕ ਰਾਏ ਸੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 7 ਸਾਲਾਂ ਦੌਰਾਨ ਪੰਜਾਬ ਤੇ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ। ਮੰਤਰੀ ਦੇ ਇਸ ਬਿਆਨ ਦੇ ਨਾਲ ਕੀ ਤੁਸੀਂ ਸਹਿਮਤ ਹੋ? ਤਾਂ ਸਾਡੇ 96% ਦਰਸ਼ਕਾਂ ਨੇ ਅਸਹਿਮਤੀ ਜਤਾਈ ਹੈ। ਉਹਨਾਂ ਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਲਈ ਤੇ ਸਿੱਖਾਂ ਲਈ ਬੜਾ ਕੁਝ ਕੀਤਾ ਹੈ, जबकि 4% दर्शक सहमत भी हैं। अज की लोक राय है कि आम आदमी पार्टी के कौमी कन्वीनर अरविंद केजरीवाल अज गुरु की नगरी अमृतसर पहुंचे, पंजाबियों के नाल वादा किया, अपील की कि सानू एक बारी मौका दिओ, इस बारी दिओ। पंजाब दीआं चोणां दे विच असीं पंजाब दी दिशा ते दशा बदल के रख देंगे। बरगाड़ी बेअदबी दे मास्टरमाइंड नूं असीं जेलां दे विच भेजांगे ते इह वी वादा किया है कि पंजाब दा जिहड़ा मुख मंत्री है साडी पार्टी दे वल्लों ओह सिख चेहरा ही होवेगा। ਕੀ ਤੁਹਾਨੂੰ ਅਰਵਿੰਦ ਕੇਜਰੀਵਾਲ ਦੇ ਇਹਨਾਂ ਵਾਅਦਿਆਂ ਤੇ ਦਾਅਵਿਆਂ ਤੇ ਵਿਸ਼ਵਾਸ ਹੈ? ਜੇ ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਸਹੀ ਬੋਲ ਰਹੇ ਨੇ, ਇਸੇ ਤਰ੍ਹਾਂ ਹੋਵੇਗਾ, ਪੰਜਾਬ ਦੀ ਦਿਸ਼ਾ ਦਸ਼ਾ ਬਦਲ ਜਾਏਗੀ, ਯੈਸ ਜਾਂ ਹਾਂ ਦੇ ਵਿੱਚ ਉੱਤਰ ਦਿਓ। ਜੇ ਤੁਸੀਂ ਅਰਵਿੰਦ ਕੇਜਰੀਵਾਲ ਦੇ ਨਾਲ ਸਹਿਮਤ ਨਹੀਂ ਹੋ, ਨੋ ਜਾਂ ਨਾ ਦੇ ਵਿੱਚ ਉੱਤਰ ਦਿਓ। ਐਮਰਜੈਂਸੀ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਅਤੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਾਂਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੈਪਾਲ ਸਿੰਘ ਭੁੱਲਰ ਦੇ ਪਿਤਾ ਦੀ ਮੁੜ ਪੋਸਟਮਾਰਟਮ ਕਰਵਾਉਣ ਦੀ ਅਰਜ਼ੀ ਨੂੰ ਹੁਣ ਮੰਨ ਲਿਆ ਹੈ। ਭੁੱਲਰ ਦੇ ਪਿਤਾ ਨੇ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਮੁੜ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ। ਇਸ ਅਰਜ਼ੀ ਨੂੰ ਪਹਿਲਾਂ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਫਿਰ ਜਦੋਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਮੁੜ ਸੁਣਵਾਈ ਕਰੋ ਤਾਂ ਫਿਰ ਸੁਣਵਾਈ ਕੀਤੀ ਗਈ ਹੈ। ਜੈਪਾਲ ਭੁੱਲਰ ਨੂੰ ਕਲਕੱਤੇ ਵਿੱਚ ਪੰਜਾਬ ਪੁਲਿਸ ਤੇ ਪੱਛਮੀ ਬੰਗਾਲ ਦੀ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ 9 ਜੂਨ ਨੂੰ। ਐਡਵੋਕੇਟ ਸਿਮਰਨਜੀਤ ਸਿੰਘ ਜੋ ਇਸ ਕੇਸ ਵਿੱਚ ਭੁੱਲਰ ਦੇ ਪਿਤਾ ਦੀ ਅਗਵਾਈ ਕਰ ਰਹੇ ਨੇ, ਉਹਨਾਂ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਸਵੇਰੇ 10 ਵਜੇ ਭੁੱਲਰ ਦਾ ਪੀਜੀਆਈ ਦੇ ਵਿੱਚ ਪੋਸਟਮਾਰਟਮ ਕਰਨ ਦੇ ਹੁਕਮ ਦਿੱਤੇ ਨੇ। ਯਾਨੀ ਕਿ ਹੁਣ ਮੰਗਲਵਾਰ ਯਾਨੀ ਕਿ 22 ਜੂਨ ਨੂੰ ਸਵੇਰੇ 10 ਵਜੇ ਭੁੱਲਰ ਦਾ ਪੀਜੀਆਈ ਦੇ ਵਿੱਚ ਪੋਸਟਮਾਰਟਮ ਹੋਵੇਗਾ। ਕੋਰਟ ਦੇ ਮੁਤਾਬਿਕ ਪੀਜੀਆਈ ਮੈਡੀਕਲ ਬੋਰਡ ਦਾ ਗਠਨ ਵੀ ਕਰੇਗਾ। ਪਰਿਵਾਰ ਮ੍ਰਿਤਕ ਦੇ ਪੀਜੀਆਈ ਨੂੰ ਪੋਸਟਮਾਰਟਮ ਦੇ ਲਈ ਸੌਂਪ ਦੇਵੇਗਾ। ਪੰਜਾਬ ਪੁਲਿਸ ਪਰਿਵਾਰ ਨੂੰ ਇਸ ਦੇ ਵਿੱਚ ਐਸਕॉर्ट ਕਰੇਗੀ, ਯਾਨੀ ਕਿ ਜਦੋਂ ਲਿਆਂਦੀ ਜਾਵੇਗੀ ਮ੍ਰਿਤਕ ਤੇ ਤਾਂ ਪੰਜਾਬ ਪੁਲਿਸ ਪਰਿਵਾਰ ਦੇ ਨਾਲ ਆਏਗੀ। ਐਡਵੋਕੇਟ ਦੇ ਮੁਤਾਬਿਕ ਪੰਜਾਬ ਸਰਕਾਰ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਸੀ। ਉਹਨਾਂ ਦੱਸਿਆ ਕਿ ਅਦਾਲਤ ਦੇ ਮੁਤਾਬਿਕ ਹੁਣ ਇਹ ਮਾਮਲਾ ਮਨੁੱਖੀ ਅਧਿਕਾਰਾਂ ਦਾ ਰਹਿ ਗਿਆ। ਇਸ ਮਾਮਲੇ ਵਿੱਚ ਭੁੱਲਰ ਦੇ ਪਰਿਵਾਰ ਨੇ ਪੋਸਟਮਾਰਟਮ ਦੌਰਾਨ ਵੀਡੀਓਗ੍ਰਾਫੀ ਦੀ ਮੰਗ ਵੀ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ। ਐਡਵੋਕੇਟ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਅਦਾਲਤ ਦੀ ਸੁਣਵਾਈ ਮੁਤਾਬਿਕ ਜੇ ਪੀਜੀਆਈ ਦੇ ਵਿੱਚ ਹੋਏ ਪੋਸਟਮਾਰਟਮ ਅਤੇ ਕੋਲਕਾਤਾ ਵਿੱਚ ਹੋਏ ਪੋਸਟਮਾਰਟਮ ਦੀ ਰਿਪੋਰਟਾਂ ਆਪਸ ਵਿੱਚ ਮਿਲਦੀਆਂ ਹੋਈਆਂ ਤਾਂ ਇਸ ਕੇਸ ਨੂੰ ਇੱਥੇ ਹੀ ਬੰਦ ਕਰ ਦਿੱਤਾ ਜਾਏਗਾ। ਜੇ ਦੋਵੇਂ ਰਿਪੋਰਟਾਂ ਨਾ ਮਿਲਦੀਆਂ ਹੋਈਆਂ ਤਾਂ ਪਰਿਵਾਰ ਅੱਗੇ ਦੀ ਕਾਨੂੰਨੀ ਕਾਰਵਾਈ ਕਰਨ ਦਾ ਹੱਕਦਾਰ ਹੋਵੇਗਾ। 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਦੇ ਨਾਲ ਜੁੜੀ ਅਹਿਮ ਖਬਰ ਹੈ। ਸੁਪਰੀਮ ਕੋਰਟ ਨੇ ਸੀਬੀਐਸਈ ਅਤੇ ਆਈਸੀਐਸਈ ਬੋਰਡ ਨੂੰ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਮੁਲਾਂਕਣ ਕਰਨ ਲਈ ਬਣਾਈ ਗਈ ਦੋਵਾਂ ਬੋਰਡਾਂ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਬਾਰੇ ਕੁਝ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਜਿਹੜੇ ਸ਼ੰਕੇ ਪ੍ਰਗਟਾਏ ਗਏ ਨੇ ਉਹਨਾਂ ਤੇ ਮੰਗਲਵਾਰ ਯਾਨੀ ਕਿ 22 ਜੂਨ ਤੱਕ ਜਵਾਬ ਦੇਣ ਦੇ ਲਈ ਕਿਹਾ ਹੈ। ਪ੍ਰੀਖਿਆ ਜਿਹੜੀ ਹੈ ਉਹ ਮਹਾਮਾਰੀ ਕਰਕੇ ਬੋਰਡਾਂ ਨੇ ਰੱਦ ਕੀਤੀ ਹੋਈ ਹੈ। ਮਾਪਿਆਂ ਤੇ ਵਿਦਿਆਰਥੀ ਜਥੇਬੰਦੀਆਂ ਨੇ ਨਤੀਜਾ ਮੁਲਾਂਕਣ ਸਕੀਮਾਂ ਜਿਹੜੀਆਂ ਬੋਰਡਾਂ ਨੇ ਜਾਰੀ ਕੀਤੀਆਂ ਨੇ ਉਹ ਤੇ ਥੋੜੇ ਤੌਖਲੇ ਪ੍ਰਗਟਾਏ ਨੇ। ਮਾਪੇ ਐਸੋਸੀਏਸ਼ਨ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਫੈਸਲੇ ਦੇ ਵਿੱਚ ਆਪ ਹੁਦਰੀਆਂ ਨੇ, ਇਸ ਨਾਲ ਵਿਦਿਆਰਥੀਆਂ ਦੇ ਭਵਿੱਖ ਤੇ ਮਾੜਾ ਅਸਰ ਪਏਗਾ। ਜਸਟਿਸ ਏਐਮ ਖਾਨਵਿਲਕਰ ਅਤੇ ਦਿਨੇਸ਼ ਮਹੇਸ਼ਵਰੀ ਦੇ ਬੈਂਚ ਨੇ ਕਿਹਾ ਕਿ ਮਾਮਲੇ ਤੇ ਮੰਗਲਵਾਰ ਨੂੰ ਹੁਣ ਸੁਣਵਾਈ ਹੋਵੇਗੀ। ਉਦੋਂ ਦੋਵੇਂ ਬੋਰਡ ਅਦਾਲਤ ਦੇ ਵਿੱਚ ਆਪਣਾ ਜਿਹੜਾ ਹੈ ਪੱਖ ਪੇਸ਼ ਕਰਨਗੇ। ਇਸ ਤੋਂ ਪਹਿਲਾਂ 17 ਜੂਨ ਨੂੰ ਅਦਾਲਤ ਨੇ ਕਿਹਾ ਸੀ ਕਿ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੇ ਪਹਿਲੇ ਫੈਸਲੇ ਨੂੰ ਉਲਟਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਯਾਨੀ ਕਿ ਕੁਝ ਲੋਕ ਇਹ ਵੀ ਮੰਗ ਕਰ ਰਹੇ ਨੇ ਕਿ ਮਹਾਮਾਰੀ ਦਾ ਪ੍ਰਕੋਪ ਘਟ ਗਿਆ ਹੈ, ਰੱਦ ਕਰਨ ਦਾ ਜਿਹੜਾ ਫੈਸਲਾ ਹੈ ਉਸ ਨੂੰ ਹੁਣ ਵਾਪਸ ਲਿਆ ਜਾਣਾ ਚਾਹੀਦਾ, ਪੇਪਰ ਹੋਣੇ ਚਾਹੀਦੇ ਨੇ। ਦਰਅਸਲ ਬੋਰਡਾਂ ਨੇ ਮੁਲਾਂਕਣ ਦੇ ਲਈ ਕ੍ਰਮਵਾਰ 10ਵੀਂ 11ਵੀਂ ਤੇ 12ਵੀਂ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ
30-30-40 अनुपात का फार्मूला तैयार किया है। गुरु की नगरी अमृतसर तो खबर है जिथे दिल्ली के मुख मंत्री अरविंद केजरीवाल पहुंचे अते इस दरमियान पंजाब के साबका IG कुंवर विजय प्रताप सिंह आम आदमी पार्टी दे विच शामिल हो गए। आम आदमी पार्टी विच शामिल होने ते अरविंद केजरीवाल ते भगवंत मान ने साबका IG कुंवर विजय प्रताप सिंह का स्वागत किया। अमृतसर के सर्किट हाउस दे विच एक छोटा जिहा प्रोग्राम होया, उस दे विच ये जिहड़े रस्मी मिलाप है वो किया गया है। IG कुंवर विजय प्रताप सिंह अरविंद केजरीवाल अते भगवंत मान तिन्हां ने संबोधन किया। भगवंत मान ने कुंवर दे आप विच शामिल होने का ऐलान किया ते केजरीवाल ने झाड़ू वाला जिहड़ा पल्ला हैगा वो कुंवर विजय प्रताप सिंह दे गल विच पाया। भगवंत मान ने दोवां पार्टियां ते इल्जाम लाया जिहड़ियां विरोधी ने कहा नीले बगले चिट्टे मोर ये भी चोर वो भी चोर, कहा कि IG कुंवर विजय प्रताप सिंह की साफ सुथरी इमेज नूं खराब करन दी इन्हां दोवां पार्टियां ने कोशिश की, जबकि इन्हां ने बेअदबी के मामले दे विच बिल्कुल सही काम कीता सी ते दोवें पार्टियां इस मसले ते रलियां होईयां ने। साडे पिता दी जिहड़ी बेअदबी हुई है वो तो सानू थोड़ा जिहा कालजे च ठंड पऊगी कि वो अफसर जिहड़ा इहो जिहा लाता, पर सिस्टम जिहड़ा है पर ये रले मिले जिहड़े होए ने नीले बगले चिट्टे मोर सारे चोर वो रल के उन्होंने किस तरह उन्होंने जलालत की, उन्होंने हाई कोर्टां तो फैसले करवा ले, कल दे उन्होंने खिलाफ बोलने लगे हुए ने सारी। इत्थों ये सिद्ध होता है कि कुंवर विजय प्रताप जी साफ सुथरे ते अपनी इमेज उन्होंने बरकरार रखी। अस्तीफा भी देन गए, मनाया भी उन्होंने मुख्यमंत्री ने कि ना अस्तीफा दो, कहते नहीं इस तरह की जलालत मैं काम नहीं कर सकता। हाँ मैं सुपने पूरे करूंगा, मैं फैसले अपने जिहड़े सुनाने सी मैं सुनाऊंगा, पर मैं किसी होर कलम नाल सुनाऊंगा। आम आदमी पार्टी विच शामिल होने तो बाद जिहड़े कुंवर विजय प्रताप सिंह ने उन्होंने भी छोटी जी अपनी तकरीर दी, प्रैस नूं संबोधन किया, कहा कि मैनूं अमृतसर की जनता का पूरा विश्वास हासिल होया है। मैं हुण राजनीति की शुरुआत करन जा रहा गुरु की नगरी तो, पर वो राजनीति मैं नहीं करांगा जिहड़ी तुसीं हुण तक वेखदे आए हो। मैं राजनीति नूं नवीं दिशा देनी है, राजनीति की परिभाषा असीं बदल देंगे, असीं करके दिखावांगे राजनीति ते दसांगे कि इह हुंदी की है। दिल्ली दे विच केजरीवाल दी सरकार ने बड़ा चंगा काम किया है, उत्थे जनता की ताकत जनता के हाथ विच है, पर पंजाब दे विच माफिया राज है। पर असीं अपनी सरकार लियावांगे ते पंजाब दे विच लोकां दे हाथ दे विच असीं ताकत देंगे। इस मौके उन्होंने बेअदबी मसले के उत्ते जिहड़ी जांच की सी 2.5 साल की, उस ते भी अपना जिहड़ा दुख प्रगट किया कि 2.5 साल असीं जांच की ते जदों उस जांच की रिपोर्ट दे उत्ते मतलब न्याय करन दा टाइम आया तो उसनूं रद्द कर दिता गया। उन्होंने कहा कि दोषी ने जिहड़े पंजाब दे विच वो ही सरकारां नूं चला रहे ने। आज देखो असीं कोई राजनीति करन नहीं जा रहे हैं। राजनीति असीं देखो 70 साल हो गए देश नूं, 70 साल तो ज़्यादा हो गए आज़ाद हुए, ठीक है। 15-20 साल तक ठीक राजनीति चली, राजनीति ठीक चली, उस तो बाद देखो लुटेरियां दा राज हो गया। खास करके पंजाब दे विच देखो एक चरम सीमा ते पहुंच गया। 9 तारीख का जो दिन सी 9 अप्रैल फ्राइडे इवनिंग, ये पंजाब के इतिहास दे विच एक काला दिवस के रूप दे विच मनाया जाऊगा। जेकर पंजाब की धरती के उत्ते श्री गुरु ग्रंथ साहिब नूं इंसाफ नहीं मिल सकिया तो एक आम व्यक्ति की हालत होगी, तुसीं सोच सकते हो। जो गुनाहां का हिसाब देने की बारी आई तो रिपोर्ट में पेश कराया गया, क्योंकि बार बार पूछते हैं कि तुसीं इस्तीफा क्यों दिता। देखो इस्तीफा इस करके दिता कि असीं 2-2.5 साल मेहनत की, मेहनत करने तो बाद जो रिपोर्ट फरीदकोट की मानयोग सैशन अदालत के सौंप दी गई सी, उत्थे कार्रवाई शुरू हो गई सी, ट्रायल शुरू हो गया सी। रिपोर्ट पई है, देखो तुसीं फरीदकोट के ऑर्डर आ रहा है चंडीगढ़ों। साडे सरकारी वकील ये भी नहीं जेकर बोल सकते कि रिपोर्ट फरीदकोट के पई है, तुसीं रिपोर्ट नूं चंडीगढ़ मंगा लो, मंगाउण तो बाद तुसीं उहदे उत्ते फैसला करो। मैनूं अमृतसर की जनता का पूरा साथ मिलिया, विश्वास मिलिया। मैं भी कोशिश की कि उन्होंने विश्वास के उत्ते एक पब्लिक सर्वेंट के रूप में, मैं एक सिर्फ पुलिस अफसर के रूप में काम नहीं किया, मैं एक अमृतसर के लोगों के परिवारिक मैंबर के रूप में काम किया। इत्थे के लोग मैनूं हर परिवार अपने परिवार का एक मैंबर इत्थे समझते हैं। मैं गल नूं अपनी कनक्लूड करना चाहता हाँ
ਕਿ ਅਸੀਂ ਰਾਜਨੀਤੀ ਦੀ ਸ਼ੁਰੂਆਤ ਕਰ ਰਹੇ ਹਾਂ। ਉਹ ਰਾਜਨੀਤੀ ਨਹੀਂ ਜੋ ਤੁਸੀਂ ਵੇਖਦੇ ਆਏ ਹੋ। ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣੀ ਹੈ। ਰਾਜਨੀਤੀ ਨੂੰ ਦੀ ਡੈਫੀਨੇਸ਼ਨ ਹੀ ਬਦਲ ਦੇਣੀ ਹੈ। ਜੋ ਰਾਜਨੀਤੀ ਦਾ ਅਸਲ ਡੈਫੀਨੇਸ਼ਨ ਹੁੰਦਾ ਹੈ ਉਹ ਡੈਫੀਨੇਸ਼ਨ ਅਸੀਂ ਕਰਕੇ ਦਿਖਾਵਾਂਗੇ ਕਿ ਰਾਜਨੀਤੀ ਹੁੰਦੀ ਕੀ ਹੈ। ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕੁੰਵਰ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਕੁੰਵਰ ਵੀ ਸਿਆਸੀ ਲੀਡਰ ਨਹੀਂ ਹੈਗੇ, ਨਾ ਇਹਨਾਂ ਦੇ ਪਿੱਛੇ ਪਰਿਵਾਰ ਦੇ ਵਿੱਚ ਕੋਈ ਸਿਆਸੀ ਲੀਡਰ ਸੀ। ਇਸੇ ਤਰ੍ਹਾਂ ਹੀ ਮੈਂ ਹਾਂ, ਮੇਰੇ ਪਰਿਵਾਰ ਦੇ ਵਿੱਚ ਵੀ ਕੋਈ ਸਿਆਸੀ ਲੀਡਰ ਨਹੀਂ, ਕਿਉਂਕਿ ਅਸੀਂ ਸਿਆਸਤਦਾਨ ਨਹੀਂ ਹਾਂ, ਨਾ ਹੀ ਸਾਨੂੰ ਸਿਆਸਤ ਕਰਨੀ ਆਉਂਦੀ ਹੈ। ਅਸੀਂ ਤਾਂ ਸਿਰਫ ਦੇਸ਼ ਦੇ ਲੋਕਾਂ ਦੇ ਸੇਵਕ ਹਾਂ ਤੇ ਉਹਨਾਂ ਦੇ ਲਈ ਕੰਮ ਕਰਦੇ ਹਾਂ। ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ, ਜੋ ਤੁਹਾਡੀ ਅਧੂਰੀ ਲੜਾਈ ਹੈ ਉਹ ਅਸੀਂ ਪੂਰੀ ਕਰਾਂਗੇ। ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਬਰਗਾੜੀ ਕਾਂਡ ਦੇ ਜਿਹੜੇ ਮਾਸਟਰਮਾਈਂਡ ਹੈਗੇ ਨੇ ਉਹਨਾਂ ਨੂੰ ਸਜ਼ਾ ਦੇਵਾਂਗੇ, ਇਸ ਮਸਲੇ ਦੇ ਵਿੱਚ ਨਿਆਂ ਕਰਾਂਗੇ। ਕਾਂਗਰਸ, ਬੀਜੇਪੀ ਤੇ ਅਕਾਲੀ ਦਲ ਤਿੰਨਾਂ ਦੇ ਉੱਤੇ ਨਿਸ਼ਾਨੇ ਸਾਧੇ। ਕਾਂਗਰਸ ਬਾਰੇ ਕਿਹਾ ਕਿ ਕਾਂਗਰਸੀ ਆਪਸ ਦੇ ਵਿੱਚ ਕੁੱਤੇ ਬਿੱਲੀਆਂ ਵਾਂਗੂ ਲੜ ਰਹੇ ਨੇ ਤੇ ਲੜਾਈ ਹੈ ਕੁਰਸੀ ਦੀ। ਕਰੋਨਾ ਨੂੰ ਲੈ ਕੇ ਵੀ ਉਹਨਾਂ ਨੇ ਪੰਜਾਬ ਕਾਂਗਰਸ ਨੂੰ ਘੇਰਿਆ। ਹਾਲਾਂਕਿ ਦਿੱਲੀ ਦੇ ਵਿੱਚ ਵੀ ਹਾਲਾਤ ਵੱਧ ਤੋਂ ਬਦਤਰ ਹੋ ਗਏ ਸੀ ਕਰੋਨਾ ਦੀ ਦੂਸਰੀ ਲਹਿਰ ਦੇ ਦਰਮਿਆਨ। ਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਕਿਹਾ ਕਿ ਪੰਜਾਬ 'ਚ ਇੱਕ ਹੋਰ ਪਾਰਟੀ ਹੈ ਜਿਹੜੀ ਭ੍ਰਿਸ਼ਟਾਚਾਰ ਅਤੇ ਬੇਅਦਬੀ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਇੱਕ ਤੀਜੀ ਪਾਰਟੀ ਹੈ ਜਿਸ ਨੂੰ ਪਿੰਡਾਂ ਦੇ ਲੋਕ ਪਿੰਡਾਂ 'ਚ ਵੜਨ ਹੀ ਨਹੀਂ ਦਿੰਦੇ, ਭਜਾ ਦਿੰਦੇ ਨੇ। ਇਸ ਦਰਮਿਆਨ ਕੇਜਰੀਵਾਲ ਨੇ ਅਪੀਲ ਕੀਤੀ ਪੰਜਾਬੀਆਂ ਨੂੰ ਕਿ ਪਿਛਲੇ 70 ਸਾਲਾਂ ਦੇ ਵਿੱਚ ਤੁਸੀਂ ਇਹਨਾਂ ਦੋਵਾਂ ਪਾਰਟੀਆਂ ਨੂੰ ਬਹੁਤ ਮੌਕੇ ਦਿੱਤੇ ਨੇ, ਨਾ ਕੁਝ ਬਦਲਿਆ ਨਾ ਹੀ ਅੱਗੇ ਕੁਝ ਬਦਲਣਾ ਹੈ। ਹੁਣ ਸਾਨੂੰ ਇੱਕ ਮੌਕਾ ਦਿਓ, ਅਸੀਂ ਪੰਜਾਬ ਦੀ ਦਿਸ਼ਾ ਤੇ ਦਸ਼ਾ ਦੋਵੇਂ ਬਦਲ ਦੇਵਾਂਗੇ। ਕੇਜਰੀਵਾਲ ਨੇ ਇੱਥੇ ਇੱਕ ਦਾਅਵਾ ਵੀ ਕੀਤਾ, ਵਾਅਦਾ ਵੀ ਕੀਤਾ ਕਿ ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਕੌਣ ਹੋਵੇਗਾ, ਇਸ ਬਾਰੇ ਹਾਲੇ ਕੋਈ ਅੰਤਿਮ ਫੈਸਲਾ ਤਾਂ ਅਸੀਂ ਨਹੀਂ ਲਿਆ, ਪਰ ਇੰਨਾ ਜ਼ਰੂਰ ਹੈ ਕਿ ਉਹ ਸਿੱਖ ਚਿਹਰਾ ਹੋਏਗਾ। ਇਹੋ ਜਿਹਾ ਚਿਹਰਾ ਹੋਏਗਾ ਜਿਸ ਤੇ ਤੁਹਾਨੂੰ ਸਭ ਨੂੰ ਨਾਜ਼ ਹੋਏਗਾ। आम आदमी पार्टी का सीएम फेस कौन होगा, इसके बारे में हमारे अंदर खूब चर्चाएं चल रही हैं। जो भी होगा समय आने पे आपको बताएंगे और आपको एक ही बात कह सकता हूं कि पूरे पंजाब को उसके ऊपर नाज होगा। और एक चीज पक्की है, आम आदमी पार्टी का पंजाब का सीएम फेस सिख समाज से होगा, क्योंकि हमें ये लगता है कि पूरी दुनिया के अंदर पंजाब ही एक ऐसा स्टेट है जिसका सीएम सिख समाज से है। हमारा ये मानना है कि ये सिख समाज का हक है और ये हक उनके पास ही रहेगा। ਕੇਜਰੀਵਾਲ ਜਦੋਂ ਅੰਮ੍ਰਿਤਸਰ ਪਹੁੰਚੇ ਤਾਂ ਇੱਥੇ ਉਹਨਾਂ ਨੂੰ ਕਾਲੇ ਝੰਡੇ ਵੀ ਦਿਖਾਏ ਗਏ ਕਾਂਗਰਸੀਆਂ ਤੇ ਅਕਾਲੀਆਂ ਦੇ ਵੱਲੋਂ। ਸਰਕਿਟ ਹਾਊਸ ਦੇ ਬਾਹਰ ਪੰਜਾਬ ਯੂਥ ਕਾਂਗਰਸ ਦੇ ਕਾਰਕੁਨ ਪਹੁੰਚੇ ਜਿਨ੍ਹਾਂ ਨੇ ਕਾਲੇ ਝੰਡੇ ਦਿਖਾਏ ਤੇ ਨਾਲ ਹੀ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਸੀ ਗੋ ਬੈਕ ਕੇਜਰੀਵਾਲ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੋਈ ਵੀ ਆ ਜਾ ਸਕਦਾ ਹੈ, ਇਸ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ, ਪਰ ਪੰਜਾਬ ਦੇ ਵਿੱਚ ਸਿਰਫ ਸਿਆਸੀ ਮਨਸ਼ਾ ਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਆਉਣ ਵਾਲਿਆਂ ਦਾ ਅਸੀਂ ਵਿਰੋਧ ਕਰਾਂਗੇ। ਕੇਜਰੀਵਾਲ ਇੱਥੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਆ ਰਹੇ ਨੇ ਕਿ ਇਹ ਪੰਜਾਬ ਦੇ ਵਿੱਚ ਦਿੱਲੀ ਮਾਡਲ ਲਿਆਉਣਾ ਚਾਹੁੰਦੇ ਨੇ ਜਿੱਥੇ ਦੰਗੇ ਹੋਏ ਸੀ। ਪੰਜਾਬ 'ਚ ਆ ਕੇ ਇਹਨਾਂ ਨੂੰ ਇਹ ਸਾਰਾ ਕੁਝ ਯਾਦ ਆ ਜਾਂਦਾ ਹੈ। ਦਿੱਲੀ ਵਾਲੀਆਂ ਚੀਜ਼ਾਂ ਦਾ ਪੰਜਾਬ 'ਚ ਜ਼ਿਕਰ ਕਿਉਂ ਕੀਤਾ ਜਾਂਦਾ ਹੈ, ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਢਿੱਲੋਂ ਨੇ ਕਿਹਾ ਕਿ ਸਾਨੂੰ ਸਿਆਸੀ ਸੰਕਟ ਦੇ ਵਿੱਚ ਇਸਨੇ ਖੜਾ ਕਰ ਦਿੱਤਾ ਹੈ। ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਤੇ ਸਵਾਲੀਆ ਚਿੰਨ੍ਹ ਪੈਦਾ ਕੀਤਾ। ਕੁੰਵਰ ਵਿਜੇ ਪ੍ਰਤਾਪ ਜਦੋਂ ਤੱਕ ਅਫਸਰਸ਼ਾਹੀ ਵਿੱਚ ਸਨ ਉਦੋਂ ਇਮਾਨਦਾਰ ਸਨ, ਸੰਵਿਧਾਨ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦੇ ਸੀ, ਹੁਣ ਰਾਜਨੀਤੀ ਵਿੱਚ ਆ ਗਏ ਨੇ, ਹੁਣ ਨਹੀਂ ਪਤਾ ਕੀ ਕਰਨਗੇ। ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਧਿਕਾਰ ਹੈ ਕਿਸੇ ਵੀ ਪਾਰਟੀ ਵਿੱਚੋਂ ਚਲੇ ਜਾਣ, ਉਹਦੇ ਨਾਲ ਕੋਈ ਬਹੁਤਾ ਫਰਕ ਪੈਣ ਨਹੀਂ ਵਾਲਾ, ਕਿਉਂਕਿ ਕੁੰਵਰ ਆਪਣੇ ਬਿਆਨਾਂ ਅਤੇ ਗਤੀਵਿਧੀਆਂ ਕਰਕੇ ਹੁਣ ਬਦਨਾਮ ਹੋ ਚੁੱਕੇ ਨੇ। ਕੋਰਟ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਨੇ, ਉਹਨਾਂ ਦੀ ਰਿਪੋਰਟ ਨੂੰ ਵੀ ਨਕਾਰ ਦਿੱਤਾ ਹੈ। ਇਹ ਉਹਨਾਂ ਦੀ ਨਾਕਾਮਯਾਬੀ ਹੈ। ਅਕਾਲੀ ਦਲ ਦੇ ਕੁਝ ਵਰਕਰਾਂ ਨੇ ਵੀ ਅੰਮ੍ਰਿਤਸਰ ਦੇ ਵਿੱਚ ਕੇਜਰੀਵਾਲ ਦੇ ਕਾਫਲੇ ਵਾਲੇ ਰਾਹ ਦੇ ਉੱਤੇ ਖੜ ਕੇ ਉਹਨਾਂ ਨੂੰ ਕਾਲੇ ਝੰਡੇ ਦਿਖਾਏ, ਕੇਜਰੀਵਾਲ ਗੋ ਬੈਕ ਦੇ ਨਾਅਰੇ ਵੀ ਲਾਏ। ਵਿਰੋਧ ਕਰਨ ਪਹੁੰਚੇ ਇੱਕ ਅਕਾਲੀ ਵਰਕਰ ਨੇ ਕਿਹਾ ਕਿ ਕੇਜਰੀਵਾਲ ਤਾਂ ਸਾਡੇ ਲੀਡਰ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਨੇ, ਅਸੀਂ ਉਹਨਾਂ ਨੂੰ ਪੰਜਾਬ 'ਚ ਵੜਨ ਨਹੀਂ ਦੇਵਾਂਗੇ। ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਵਰਦਿਆਂ ਕਿਹਾ ਕਿ ਕੁੰਵਰ ਵਰਗੇ 36 ਪਾਰਟੀ ਜੁਆਇਨ ਕਰਦੇ ਨੇ ਤੇ 36 ਛੱਡ ਕੇ ਚਲੇ ਜਾਂਦੇ ਨੇ।
ਅਜਿਹੇ ਲੋਕ ਜਿਨ੍ਹਾਂ ਨੇ ਆਈਪੀਐਸ ਦੇ ਤੌਰ ਤੇ ਜ਼ਿੰਮੇਵਾਰੀ ਨਹੀਂ ਨਿਭਾਈ, ਜਿਨ੍ਹਾਂ ਨੇ ਪੰਜਾਬ ਨਾਲ, ਸਿੱਖ ਕੌਮ ਨਾਲ ਧੋਖਾ ਕੀਤਾ ਹੈ, ਉਹ ਹੁਣ ਸਿਆਸਤ ਦੇ ਵਿੱਚ ਵੀ ਕੀ ਕਰਨਗੇ ਇਹ ਆਪਾਂ ਸਾਰੇ ਸਮਝ ਸਕਦੇ ਹਾਂ। ਅਕਾਲੀ ਦਲ ਦੀ ਵੱਡੀ ਲੀਡਰ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕੀਤਾ, ਕਹਿੰਦੇ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ। ਇਹ ਹੁਣ ਸਾਫ਼ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਕਿਸ ਤਰ੍ਹਾਂ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਲੈ ਰਹੇ ਸੀ। ਦੋਵੇਂ ਪਾਰਟੀਆਂ ਕਦੇ ਵੀ ਬੇਅਦਬੀ ਦੇ ਨਾਲ ਜੁੜੇ ਕੇਸਾਂ ਨੂੰ ਸੁਲਝਾਉਣਾ ਨਹੀਂ ਚਾਹੁੰਦੀਆਂ ਤੇ ਇਸ ਸੰਜੀਦਾ ਮਸਲੇ ਦੇ ਉੱਤੇ ਆਪਣੇ ਸਿਆਸੀ ਮੁਫਾਦ ਦੇ ਲਈ ਸਿਆਸਤ ਖੇਡਦੀਆਂ ਨੇ। ਪਟਿਆਲਾ ਦੇ ਨਾਭਾ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਸ਼ਬਦੀ ਹਮਲੇ ਕੀਤੇ। ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਪ ਵਿੱਚ ਜਾਣ ਦੇ ਮਸਲੇ ਤੇ ਧਰਮਸੋਤ ਨੇ ਕੇਜਰੀਵਾਲ ਤੇ ਵੀ ਨਿਸ਼ਾਨਾ ਕੱਸਿਆ। ਕਹਿੰਦੇ ਜਿਹੜਾ ਮੁੱਖ ਮੰਤਰੀ ਵਿਕਰਮ ਮਜੀਠੀਆ ਵਰਗੇ ਲੀਡਰ ਤੋਂ ਮਾਫੀ ਮੰਗਦਾ ਹੈ, ਉਹ ਅੱਜ ਪੰਜਾਬ 'ਚ ਆ ਕੇ ਵੱਡੀਆਂ ਗੱਲਾਂ ਕਰ ਰਿਹਾ ਹੈ। ਧਰਮਸੋਤ ਨੇ ਤੰਜ ਕੱਸਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਵਾਂਗੇ, ਪਰ ਹੁਣ ਡੰਡੇ ਵਾਲੇ ਨੂੰ ਸ਼ਾਮਲ ਕਰਾ ਕੇ ਉਸ ਨੂੰ ਟਿਕਟ ਦੇਣ ਦੀ ਗੱਲ ਕਰ ਰਹੇ ਨੇ, ਯਾਨੀ ਕਿ ਇੱਕ ਪੁਲਿਸ ਵਾਲੇ ਨੂੰ ਸ਼ਾਮਲ ਕਰਾ ਕੇ। ਕਹਿੰਦੇ ਕੁੰਵਰ ਵਿਜੇ ਪ੍ਰਤਾਪ ਕਿਹੜਾ ਆਮ ਵਿਅਕਤੀ ਹੈ। ਪਹਿਲਾਂ ਕੁੰਵਰ ਵਿਜੇ ਪ੍ਰਤਾਪ ਨੇ ਪੁਲਿਸ 'ਚ ਰਹਿ ਕੇ ਆਪਣਾ ਡੰਡਾ ਚਲਾਇਆ, ਹੁਣ ਸਿਆਸਤ ਉਸ ਦੇ ਵੱਸ ਦੀ ਗੱਲ ਨਹੀਂ ਹੈ। ਧਰਮਸੋਤ ਨੇ ਕਿਹਾ ਕਿ ਕੇਜਰੀਵਾਲ ਕਰੋਨਾ ਕਾਲ ਦੇ ਵਿੱਚ ਦਿੱਲੀ ਵਿੱਚ ਬਿਲਕੁਲ ਫੇਲ ਸਾਬਿਤ ਹੋਏ ਨੇ, ਕਿਉਂਕਿ ਦਿੱਲੀ ਦੇ ਮਰੀਜ਼ ਪੰਜਾਬ ਦੇ ਵਿੱਚ ਆ ਕੇ ਮਹਾਮਾਰੀ ਦੌਰਾਨ ਇਲਾਜ ਕਰਵਾ ਕੇ ਗਏ ਨੇ। 22 ਜੂਨ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਜਿਹੜੇ ਬਾਗੀ ਤੇਵਰਾਂ ਵਾਲੇ ਵਿਧਾਇਕ ਹੈਗੇ ਨੇ ਨਵਜੋਤ ਸਿੰਘ ਸਿੱਧੂ, ਇਹਨਾਂ ਦੋਨਾਂ ਨੂੰ ਆਮੋ ਸਾਹਮਣੇ ਬਿਠਾਉਣਾ ਹੈ ਤਾਂ ਕਿ ਕੋਈ ਸਮਝੌਤਾ ਹੋ ਸਕੇ। ਉਸ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਦੇ ਨਾਲ ਕਾਫੀ ਇੰਟਰਵਿਊ ਕੀਤੇ ਨੇ। ਨਵਜੋਤ ਸਿੰਘ ਸਿੱਧੂ ਨੇ ਇਸ ਦਰਮਿਆਨ ਸਭ ਤੋਂ ਵੱਡੀ ਗੱਲ ਕਹੀ ਹੈ ਕਿ ਮੈਂ ਕੋਈ ਸ਼ੋਅ ਪੀਸ ਨਹੀਂ ਹਾਂ ਜਿਸ ਨੂੰ ਚੋਣਾਂ ਵੇਲੇ ਬਾਹਰ ਕੱਢ ਲਿਆ ਜਾਂਦਾ ਹੈ ਤੇ ਚੋਣਾਂ ਜਿੱਤਣ ਤੋਂ ਬਾਅਦ ਅਲਮਾਰੀ ਦੇ ਵਿੱਚ ਮੁੜ ਤੋਂ ਰੱਖ ਦਿੱਤਾ ਜਾਂਦਾ ਹੈ, ਸ਼ੋਕੇਸ ਦੇ ਵਿੱਚ ਮੁੜ ਤੋਂ ਸਜਾ ਦਿੱਤਾ ਜਾਂਦਾ ਹੈ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਯਾਨੀ ਕਿ ਆਪਣੀ ਹੀ ਸਰਕਾਰ ਤੇ ਕਈ ਇਲਜ਼ਾਮ ਵੀ ਲਾਏ ਨੇ। ਸਿੱਧੂ ਨੇ ਕਿਹਾ ਕਿ ਮੈਨੂੰ ਅਹੁਦਿਆਂ ਦਾ ਲਾਲਚ ਨਹੀਂ ਹੈ, ਨਾ ਹੀ ਇਹ ਮੇਰੀ ਕੋਈ ਨਿੱਜੀ ਲੜਾਈ ਹੈ, ਮੇਰੀ ਲੜਾਈ ਸਿਰਫ ਮੁੱਦਿਆਂ ਦੀ ਲੜਾਈ ਹੈ। ਸਿੱਧੂ ਨੇ ਉਹਨਾਂ ਸਾਰੀਆਂ ਚਰਚਾਵਾਂ ਤੇ ਵੀ ਵਿਰਾਮ ਲਾ ਦਿੱਤਾ ਜਿਹੜੀਆਂ ਕਹਿ ਰਹੀਆਂ ਸੀ ਕਿ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਚਾਹੁੰਦੇ ਨੇ। ਸਿੱਧੂ ਨੇ ਕਿਹਾ ਕਿ ਨਾ ਮੈਨੂੰ ਕਿਸੇ ਉਪ ਮੁੱਖ ਮੰਤਰੀ ਦੀ ਕੁਰਸੀ ਦੀ ਲੋੜ ਹੈ, ਨਾ ਮੈਨੂੰ ਕਾਂਗਰਸ ਦੀ ਪ੍ਰਧਾਨਗੀ ਦੀ ਲੋੜ ਹੈ। ਮੈਂ ਚਾਹੁੰਦਾ ਹਾਂ ਪੰਜਾਬ ਦੀ ਤਕਦੀਰ ਬਦਲਣੀ, ਅਸਲ ਤਾਕਤ ਲੋਕਾਂ ਦੇ ਹੱਥ ਵਿੱਚ ਆਵੇ। ਮੈਂ ਅਖੀਰ ਤੱਕ ਲੜਾਈ ਲੜਾਂਗਾ, ਮੈਨੂੰ ਉਮੀਦ ਹੈ ਕਿ ਗੁਰੂਆਂ ਦੀ ਧਰਤੀ ਨੂੰ ਭਾਗ ਲੱਗਣਗੇ। ਸਿੱਧੂ ਨੇ ਇਹ ਵੀ ਕਿਹਾ ਕਿ ਪੰਜਾਬ ਦਾ ਜਿਹੜਾ ਮਾਡਲ ਹੈ ਉਸ ਦਾ ਆਧਾਰ ਗੁਰੂਆਂ ਦੀ ਵਿਚਾਰਧਾਰਾ ਹੈ। ਪੰਜਾਬ ਨੂੰ ਗੁਜਰਾਤ ਜਾਂ ਦਿੱਲੀ ਮਾਡਲ ਦੀ ਲੋੜ ਨਹੀਂ ਹੈ। ਕਹਿੰਦੇ ਮੈਂ ਪਹਿਲੀ ਕੈਬਨਿਟ ਦੇ ਵਿੱਚ ਹੀ ਸਰਕਾਰ ਬਣਨ ਤੋਂ ਬਾਅਦ ਕੈਪਟਨ ਨੂੰ ਕਿਹਾ ਸੀ ਕਿ ਸ਼ਰਾਬ ਦੀ ਨੀਤੀ ਬਦਲੀਏ। ਜੇ ਸ਼ਰਾਬ ਦੇ ਪੈਸੇ ਆਉਂਦੇ ਨੇ ਤਾਂ ਪੰਜਾਬ ਦੇ ਖਜ਼ਾਨੇ ਦੇ ਵਿੱਚ ਕਿਉਂ ਨਾ ਆਉਣ। ਸਿੱਧੂ ਨੇ ਕੈਪਟਨ ਅਤੇ ਬਾਦਲ ਤੇ ਦੋਸਤਾਨਾ ਮੈਚ ਖੇਡਣ ਦੇ ਵੀ ਇਲਜ਼ਾਮ ਲਾਏ, ਰੱਜ ਕੇ ਪੜਾਸ ਕੱਢੀ ਤੇ ਕਿਹਾ ਕਿ ਮੇਰਾ ਜਿਹੜਾ ਮਨਸੂਬਾ ਹੈ ਉਹ ਇਸ ਸਿਸਟਮ ਤੋਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਸਿਸਟਮ ਦੋ ਪਰਿਵਾਰਾਂ ਦੇ ਦੁਆਲੇ ਹੀ ਘੁੰਮ ਰਿਹਾ ਹੈ। ਦੋ ਪਰਿਵਾਰਾਂ ਨੇ ਪੰਜਾਬ ਨੂੰ ਕਠਪੁਤਲੀ ਬਣਾ ਕੇ ਨਚਾਇਆ ਹੈ। ਇਹ ਵਾਰੀ-ਵਾਰੀ ਨਾਲ ਖੇਡਦੇ ਨੇ ਕਿ 5 ਸਾਲ ਤੇਰੇ ਤੇ 5 ਸਾਲ ਮੇਰੇ। ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ 13 ਨੁਕਾਤੀ ਏਜੰਡਾ ਵੀ ਰੱਖਿਆ ਤੇ ਕਿਹਾ ਕਿ ਜੇਕਰ ਕੈਪਟਨ ਇਸ ਏਜੰਡੇ ਤੇ ਕੰਮ ਕਰਨ ਤਾਂ ਮੈਂ ਉਹਨਾਂ ਦੇ ਪਿੱਛੇ ਲੱਗਣ ਨੂੰ ਤਿਆਰ ਹਾਂ। ਤੇ ਨਾਲ ਇਹ ਵੀ ਉਹਨਾਂ ਨੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਲਈ ਦਰਵਾਜ਼ੇ ਬੰਦ ਹੋ ਗਏ ਨੇ। ਜਿਹੀ ਕਿਸ ਦੀ ਹਿੰਮਤ ਹੈ ਨਵਜੋਤ ਸਿੰਘ ਸਿੱਧੂ ਲਈ ਦਰਵਾਜ਼ੇ ਬੰਦ ਕਰਨ ਦੀ। ਸੋ ਹੁਣ ਦੇਖਣਾ ਹੋਏਗਾ ਕਿ 22 ਜੂਨ ਦੀ ਬੈਠਕ ਦੇ ਵਿੱਚ ਅਸਲ 'ਚ ਕੀ ਨਿਕਲ ਕੇ ਆਉਂਦਾ ਹੈ। ਨਵਜੋਤ ਸਿੰਘ ਸਿੱਧੂ ਨੇ ਇਹਨਾਂ ਇੰਟਰਵਿਊਜ਼ ਦੇ ਦੌਰਾਨ ਜਿਹੜੀ ਨੌਕਰੀਆਂ ਦੀ ਵੰਡ ਕੀਤੀ ਗਈ ਹੈ ਉਸ ਬਾਰੇ ਵੀ ਆਪਣਾ ਬਿਆਨ ਦਿੱਤਾ। ਸਿੱਧੂ ਨੇ ਕਿਹਾ ਕਿ ਬਿਨਾਂ ਮੈਰਿਟ ਤੋਂ ਵਿਧਾਇਕਾਂ ਦੇ ਮੁੰਡਿਆਂ ਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਸਿਰਫ ਕੁਰਸੀ ਬਚਾਉਣ ਦੀ ਖਾਤਰ ਦਿੱਤੀਆਂ ਜਾ ਰਹੀਆਂ ਨੇ। ਕੀ ਸਿਸਟਮ ਲੋਕਾਂ ਨੂੰ ਬੇਵਕੂਫ ਸਮਝਦਾ ਹੈ? ਲੋੜਵੰਦਾਂ ਨੂੰ ਦੇਣ ਦੀ ਥਾਂ ਤਾਕਤਾਂ ਅਮੀਰਾਂ ਦੇ ਹੱਥ ਵਿੱਚ ਦਿੱਤੀਆਂ ਜਾ ਰਹੀਆਂ ਨੇ। ਸਿੱਧੂ ਦੇ ਨਾਲ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਵੀ ਪੰਜਾਬ ਸਰਕਾਰ ਖਿਲਾਫ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਤੇ ਸਵਾਲ ਚੁੱਕਦਿਆਂ ਕਿਹਾ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀ ਗਈ ਨੌਕਰੀ ਰੱਦ ਕੀਤੀ ਜਾਣੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਇਸ ਦੀ ਮੰਗ ਕਰ ਚੁੱਕੇ ਨੇ ਤੇ ਕਈ ਵਿਧਾਇਕ ਇਸ ਮਸਲੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਦੇ ਖਿਲਾਫ ਖੜੇ ਨੇ, ਜਦਕਿ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਨੇ ਕਿ ਨੌਕਰੀਆਂ ਰੱਦ ਕੀਤੀਆਂ ਜਾਣ, ਇਸ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦਿੱਲੀ ਮੋਰਚਿਆਂ ਦੀ ਗੱਲ ਕਰ ਲਈਏ ਤਾਂ ਮੋਰਚੇ ਦੇ ਲੀਡਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਨੇ ਸਾਰੀ ਟ੍ਰੈਫਿਕ ਮੋਰਚੇ ਦੇ ਵਿੱਚੋਂ ਚਲਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਕਿ ਪ੍ਰਸ਼ਾਸਨ ਦੀ ਕੋਈ ਵੱਡੀ ਸਾਜ਼ਿਸ਼ ਨਜ਼ਰ ਆ ਰਹੀ ਹੈ ਤੇ ਇਸ ਕਰਕੇ ਕਿਸਾਨ ਲੀਡਰਾਂ ਦੇ ਵੱਲੋਂ ਖੁਦ ਦਿੱਲੀ ਦੇ ਕੁੰਡਲੀ ਬਾਰਡਰ ਦੇ ਰਾਤ ਦੇ ਸਮੇਂ ਪਹਿਰਾ ਦਿੱਤਾ ਗਿਆ।
ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨਾਲ ਇਸ ਬਾਰੇ ਬਹੁਤ ਵਾਰੀ ਗੱਲ ਕੀਤੀ ਕਿ ਇੱਥੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ, ਇਸ ਲਈ ਗੱਡੀਆਂ ਦਾ ਰਾਹ ਹੋਰ ਕਿਤੋਂ ਜਿਹੜਾ ਉਹ ਦੇ ਦਿੱਤਾ ਜਾਵੇ, ਗੱਡੀਆਂ ਨੂੰ ਦਿੱਲੀ ਵੱਲ ਨੂੰ ਉਸ ਪਾਸੇ ਤੋਂ ਭੇਜਿਆ ਕਰੋ ਜਿੱਥੋਂ ਪਹਿਲਾਂ ਜਾਂਦੀਆਂ ਸੀ। ਪਰ ਪ੍ਰਸ਼ਾਸਨ ਨੇ ਸਾਡੀ ਗੱਲ ਨੂੰ ਅਣਗੌਲਿਆ ਕੀਤਾ ਹੈ ਤੇ ਮੋਰਚੇ ਦੇ ਵਿੱਚੋਂ ਹੀ ਸਾਰਾ ਟ੍ਰੈਫਿਕ ਲੰਘਾਇਆ ਜਾ ਰਿਹਾ ਹੈ। ਇਸ ਲਈ ਹੁਣ ਫੈਸਲਾ ਕੀਤਾ ਹੈ ਕਿ ਅਸੀਂ ਪੱਕੇ ਵਲੰਟੀਅਰਾਂ ਨੂੰ ਇੱਥੇ ਤੈਨਾਤ ਕਰਾਂਗੇ ਤਾਂ ਜੋ ਆਉਣ ਜਾਣ ਵਾਲਿਆਂ ਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਵਲੰਟੀਅਰਾਂ ਨੂੰ ਕਿਸਾਨ ਮੋਰਚੇ ਵੱਲੋਂ ਆਈ ਕਾਰਡ ਵੀ ਦਿੱਤੇ ਜਾਣਗੇ। ਕਿਸਾਨਾਂ ਨੇ ਇਹ ਵੀ ਕਿਹਾ ਕਿ ਇੰਡਸਟਰੀਅਲ ਇਲਾਕਿਆਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਕਰਮਚਾਰੀਆਂ ਨੂੰ ਅਸੀਂ ਕਿਸੇ ਵੀ ਤਰ੍ਹਾਂ ਨਹੀਂ ਰੋਕਾਂਗੇ। ਚੰਡੀਗੜ੍ਹ ਦੀ ਖਬਰ ਦੱਸ ਦਈਏ ਤਾਂ ਚੰਡੀਗੜ੍ਹ ਦੇ ਮਟਕਾ ਚੌਂਕ ਦੇ ਵਿੱਚ ਧਰਨੇ ਤੇ ਬੈਠੇ ਨਿਹੰਗ ਸਿੰਘ ਲਾਭ ਸਿੰਘ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ, ਪਰ ਲੋਕਾਂ ਦੇ ਸਖਤ ਵਿਰੋਧ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸ਼ਾਮ ਤੱਕ ਲਾਭ ਸਿੰਘ ਨੂੰ ਰਿਹਾ ਕਰ ਦਿੱਤਾ ਹੈ। ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ ਤੇ ਹੋਰਨਾਂ ਜਥੇਬੰਦੀਆਂ ਨੇ ਸੈਕਟਰ 17 ਦੇ ਥਾਣੇ ਦਾ ਘਿਰਾਓ ਕੀਤਾ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਨਿਹੰਗ ਸਿੰਘ ਨੂੰ ਰਿਹਾ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਜਾਣਕਾਰੀ ਮੁਤਾਬਿਕ ਪਿਛਲੀ 6 ਮਾਰਚ ਤੋਂ ਇਹ ਨਿਹੰਗ ਸਿੰਘ ਜਿਨ੍ਹਾਂ ਦਾ ਨਾਮ ਲਾਭ ਸਿੰਘ ਹੈ ਉਹ ਮਟਕਾ ਚੌਂਕ ਦੇ ਵਿੱਚ ਧਰਨੇ ਤੇ ਬੈਠੇ ਸਨ। ਪਹਿਲਾਂ ਪੁਲਿਸ ਨੇ ਨਿਹੰਗ ਸਿੰਘ ਦਾ ਟੈਂਟ ਪੁੱਟਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਹਿਰਾਸਤ ਵਿੱਚ ਲੈ ਕੇ ਸੈਕਟਰ 17 ਥਾਣੇ ਵਿੱਚ ਬੰਦ ਕਰ ਦਿੱਤਾ ਸੀ। ਪੁਲਿਸ ਦੀ ਕਾਰਵਾਈ ਤੋਂ ਭੜਕੇ ਕਿਸਾਨ ਅਤੇ ਉਹਨਾਂ ਦੇ ਹਮਾਇਤੀ ਥਾਣੇ ਦੇ ਬਾਹਰ ਧਰਨਾ ਲਾ ਕੇ ਬੈਠ ਗਏ ਸੀ, ਪਰ ਆਖਿਰਕਾਰ ਪੁਲਿਸ ਨੂੰ ਝੁਕਣਾ ਪਿਆ ਹੈ ਸੰਘਰਸ਼ਮਈ ਲੋਕਾਂ ਦੀਆਂ ਮੰਗਾਂ ਦੇ ਮੂਹਰੇ। ਇਸ ਦਰਮਿਆਨ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਵੀ ਪੁਲਿਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਸਾਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਚੰਡੀਗੜ੍ਹ ਅਤੇ ਪੰਚਕੂਲਾ ਦੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਛੇਤੀ ਤੋਂ ਛੇਤੀ ਸੈਕਟਰ 17 ਦੇ ਥਾਣੇ ਦੇ ਬਾਹਰ ਪਹੁੰਚ ਕੇ ਪ੍ਰਦਰਸ਼ਨ ਕਰਨ ਅਤੇ ਨਿਹੰਗ ਸਿੰਘ ਨੂੰ ਰਿਹਾ ਕਰਵਾਉਣ। ਹਰਿਆਣਾ ਦੇ ਮੋਰਨੀ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਤੇ ਪੰਚਕੂਲਾ ਪੁਲਿਸ ਨੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਹੁਣ ਛੱਡ ਦਿੱਤਾ ਹੈ। ਜਿਹੜੇ ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ। ਪੰਚਕੂਲਾ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੋਰਨੀ ਇਲਾਕੇ ਦੇ ਵਿੱਚ ਖੇਡ ਸਮਾਗਮਾਂ ਦਾ ਕੋਈ ਉਦਘਾਟਨ ਕਰਨ ਪਹੁੰਚੇ ਹੋਏ ਸੀ। ਉਸ ਵਕਤ ਕਿਸਾਨ ਉੱਥੇ ਵਿਰੋਧ ਕਰਨ ਲਈ ਪਹੁੰਚ ਗਏ ਸੀ, ਪਰ ਪੁਲਿਸ ਨੇ ਕਿਸਾਨਾਂ ਨੂੰ ਰਾਹ ਵਿੱਚ ਹੀ ਹਿਰਾਸਤ ਵਿੱਚ ਲੈ ਲਿਆ ਸੀ। ਸਿੰਘੂ ਬਾਰਡਰ ਤੇ ਹਰਿਆਣਾ ਦੇ ਕਿਸਾਨ ਮੋਰਚੇ ਦੇ ਵਿੱਚ 40 ਟਰਾਲੀਆਂ ਕਣਕ ਦੀਆਂ ਲੈ ਕੇ ਪਹੁੰਚੇ ਨੇ। ਦਿੱਲੀ ਪਹੁੰਚਣ ਤੇ ਮੋਰਚੇ ਦੇ ਲੀਡਰਾਂ ਨੇ ਇਹਨਾਂ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ। ਕਣਕ ਦੀਆਂ ਭਰੀਆਂ ਟਰਾਲੀਆਂ ਲੈ ਕੇ ਇਹ ਰਾਮ ਸਿੰਘ ਰਾਣਾ ਦੇ ਗੋਲਡਨ ਹੱਟ ਢਾਬੇ ਤੇ ਪਹੁੰਚੇ, ਜਿਨ੍ਹਾਂ ਦੀ ਅਗਵਾਈ ਕਿਸਾਨ ਲੀਡਰ ਅਭਿਮਨਿਊ ਕੁਹਾੜ ਨੇ ਕੀਤੀ। ਅਸੀਂ ਵੀ ਕਿਸਾਨ ਮੋਰਚੇ ਦੇ 7 ਮਹੀਨੇ ਪੂਰੇ ਹੋਣ ਤੇ ਦਿੱਲੀ ਦੇ ਸਿੰਘੂ ਟਿਕਰੀ ਬਾਰਡਰ ਤੋਂ ਰਿਪੋਰਟਿੰਗ ਕੀਤੀ ਤੇ ਇਸ ਦਰਮਿਆਨ ਦਿੱਲੀ ਦੇ ਸਿੰਘੂ ਬਾਰਡਰ ਤੇ ਜਿਹੜਾ ਰਾਮ ਸਿੰਘ ਰਾਣਾ ਦਾ ਗੋਲਡਨ ਹੱਟ ਢਾਬਾ ਹੈ ਉੱਥੇ ਅਸੀਂ ਗਏ ਤਾਂ ਦੇਖਿਆ ਕਿ ਕਿਸ ਕਦਰ ਰਾਮ ਸਿੰਘ ਰਾਣਾ ਪਹਿਲੇ ਦਿਨ ਤੋਂ ਲੈ ਕੇ ਲਗਾਤਾਰ 7 ਮਹੀਨਿਆਂ ਤੱਕ ਕਿਸਾਨਾਂ ਦੀ ਸੇਵਾ ਕਰ ਰਹੇ ਨੇ। ਤਾਜ਼ਾ ਆਟੇ ਦੇ ਨਾਲ, ਦੁੱਧ ਦੇ ਨਾਲ, ਪਾਣੀ ਦੇ ਨਾਲ ਤੇ ਭੋਜਨ ਦੇ ਨਾਲ ਸੇਵਾ ਕਰ ਰਹੇ ਨੇ ਤੇ ਰੋਜ਼ਾਨਾ ਉਹਨਾਂ ਦਾ 5 ਤੋਂ 6 ਲੱਖ ਦਾ ਖਰਚਾ ਆ ਜਾਂਦਾ ਹੈ। ਤੇ ਹੁਣ ਜਿਹੜੇ ਲੋਕ ਨੇ ਪਿੱਛੇ ਹਟ ਰਹੇ ਨੇ, ਮਦਦ ਕਰਨ ਵਾਲੇ ਲੋਕ ਥੋੜਾ ਪਿੱਛੇ ਹਟ ਰਹੇ ਨੇ ਜਾਂ ਲੋਕ ਸੌਂ ਗਏ ਨੇ ਜਾਂ ਫਿਰ ਥੋੜਾ ਢਿੱਲੇ ਪੈ ਗਏ ਨੇ। ਸੋ ਰਾਮ ਸਿੰਘ ਰਾਣਾ ਦੇ ਹੱਕ ਦੇ ਵਿੱਚ ਅਸੀਂ ਵੀ ਅਪੀਲ ਕਰਾਂਗੇ ਕਿ ਤੁਸੀਂ ਜਾ ਕੇ ਜ਼ਰੂਰ ਰਾਮ ਸਿੰਘ ਰਾਣਾ ਦੇ ਨਾਲ ਜੁੜੋ ਤੇ ਕਿਸਾਨਾਂ ਦੀ ਜਿੰਨੀ ਵੀ ਤੁਸੀਂ ਮਦਦ ਕਰ ਸਕਦੇ ਹੋ ਇਹਨਾਂ ਦੇ ਥਰੂ ਕਰ ਸਕਦੇ ਹੋ, ਕਿਉਂਕਿ ਇਹਨਾਂ ਦੀਆਂ 12 ਗੱਡੀਆਂ ਤਿੰਨੇ ਮੋਰਚਿਆਂ ਦੇ ਵਿੱਚ ਲਗਾਤਾਰ ਸਪਲਾਈ ਕਰਦੀਆਂ ਨੇ ਤੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਸਪਲਾਈ ਕਰਦੀਆਂ ਰਹਿੰਦੀਆਂ ਨੇ। ਜੇ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਗੇ ਦੀ ਅਪੀਲ ਸੁਣ ਸਕਦੇ ਹੋ। मैं सभी भाइयों से अपील करूंगा कि हो सकता है ये आंदोलन अभी और 2-4 साल 5 साल भी चले, तो हमें टूटना नहीं है, हमें झुकना नहीं है। हमें आखिरी सांस तक जो हमारे भाई यहाँ पड़े हैं उनकी जो बेसिक ज़रूरत है उसको पूरा करना है, और उस ज़रूरत को पूरा करने के लिए हर रोज़ पैसे की ज़रूरत होती है। तो अगर आपको लगे कि भाई हाँ ये बिल्कुल अपनी जगह सही है तो प्लीज़ मेरे साथ आइए। मैं अकेला पढ़ रहा हूँ, मुझे आपके सहयोग की ज़रूरत है। अगर आपको लगता है कि भाई ये सेवा ज़रूरी है और ये मतलब हर चीज़ किसान भाइयों तक पहुँचाने के लिए खड़े हैं, तो मैं आपसे विनती करूंगा कि आप मेरे साथ आइए। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਹੈ ਜਿਹੜਾ ਉਹ ਕਿਸਾਨੀ ਮਸਲੇ ਤੇ 22 ਜੂਨ ਯਾਨੀ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰੇਗਾ। ਹਰਿਆਣਾ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਖਿਲਾਫ ਪੂਰੇ ਦੇਸ਼ ਅੰਦਰ ਕਿਸਾਨ ਅੰਦੋਲਨ ਚੱਲ ਰਿਹਾ ਹੈ, ਜਿਸ ਵਿੱਚ ਸੈਂਕੜੇ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ, ਸੈਂਕੜੇ ਕਿਸਾਨਾਂ ਤੇ ਮੁਕੱਦਮੇ ਦਰਜ ਹੋ ਚੁੱਕੇ ਨੇ, ਪਰ ਕੋਈ ਹੱਲ ਨਹੀਂ ਨਿਕਲ ਰਿਹਾ। ਇਸ ਕਰਕੇ ਪ੍ਰਧਾਨ ਨੇ ਜਿਹੜੇ ਕਮੇਟੀ ਦੇ ਬਲਜੀਤ ਸਿੰਘ ਦਾਦੂਵਾਲ ਉਹਨਾਂ ਦੀ
ਅਗਵਾਈ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਦੇ ਵਿੱਚ ਮਨੋਹਰ ਲਾਲ ਖੱਟਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਅਪੀਲ ਕੀਤੀ ਜਾਏਗੀ ਕਿ ਉਹ ਵਿਚੋਲਗੀ ਕਰਨ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਤੇ ਗੱਲਬਾਤ ਨੂੰ ਮੁੜ ਸ਼ੁਰੂ ਕਰਵਾਉਣ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਵੱਲੋਂ ਇੱਕ ਮਾਮਲੇ ਦੇ ਵਿੱਚ ਤਲਬ ਕੀਤੇ ਗਏ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਮਿਸ਼ਨ ਮੂਹਰੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਅਤੇ ਮਾਫੀ ਵੀ ਮੰਗੀ ਹੈ। ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੂੰ ਦੱਸਿਆ ਰਵਨੀਤ ਬਿੱਟੂ ਨੇ ਕਿ ਮੇਰਾ ਕਦੇ ਵੀ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਸੀ ਕਿ ਮੈਂ ਦਲਿਤ ਭਾਈਚਾਰੇ ਦੇ ਲਈ ਕੋਈ ਅਪਮਾਨਜਨਕ ਸ਼ਬਦ ਦੀ ਵਰਤੋਂ ਕਰਾਂ। ਮੇਰੇ ਕਹਿਣ ਦਾ ਗਲਤ ਮਤਲਬ ਕੱਢਿਆ ਗਿਆ ਹੈ। ਜੇ ਭਾਈਚਾਰੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਬਿਨਾਂ ਸ਼ਰਤ ਮਾਫੀ ਮੰਗਦਾ ਹਾਂ। ਇਸ ਤੋਂ ਬਾਅਦ ਕਮਿਸ਼ਨ ਨੇ ਉਹਨਾਂ ਨੂੰ 2 ਦਿਨਾਂ ਦੇ ਵਿੱਚ ਆਪਣਾ ਪੱਖ ਲਿਖਤੀ ਤੌਰ ਤੇ ਵੀ ਪੇਸ਼ ਕਰਨ ਦੇ ਹੁਕਮ ਦਿੱਤੇ ਨੇ। ਦਰਅਸਲ ਜਦੋਂ ਬਸਪਾ ਤੇ ਅਕਾਲੀਆਂ ਦਾ ਗੱਠਜੋੜ ਹੋਇਆ ਸੀ ਉਸ ਤੋਂ ਬਾਅਦ ਪੰਥਕ ਸੀਟਾਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਰਵਨੀਤ ਬਿੱਟੂ ਨੇ ਜੋ ਬਿਆਨ ਦਿੱਤਾ ਸੀ ਉਸ ਤੋਂ ਬਹੁਜਨ ਸਮਾਜ ਪਾਰਟੀ ਨੇ ਕਾਫੀ ਇਤਰਾਜ਼ ਪ੍ਰਗਟ ਕੀਤਾ ਸੀ ਤੇ ਹੋਰ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਸਭ ਨੇ ਰਵਨੀਤ ਬਿੱਟੂ ਨੂੰ ਕਾਫੀ ਖਿੱਚਿਆ। ਕੌਮੀ ਰਾਜਧਾਨੀ ਦਿੱਲੀ ਤੋਂ ਖਬਰ ਹੈ ਜਿੱਥੇ ਪੰਜਾਬੀ ਬਾਗ ਇਲਾਕੇ ਦੇ ਇੱਕ ਪਾਰਕ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦਾ ਇੱਕ ਮਾਡਲ ਬਣਾਇਆ ਹੋਣ ਦਾ ਮਾਮਲਾ ਸਾਹਮਣੇ ਆਉਣ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹਰਕਤ ਵਿੱਚ ਆਏ ਤੇ ਉਹਨਾਂ ਨੇ ਸਥਾਨਕ ਨਗਰ ਨਿਗਮ ਦੇ ਕੋਲੇ ਮਾਮਲਾ ਚੁੱਕਿਆ ਤੇ ਇਸ ਨੂੰ ਢਾਉਣ ਵਾਸਤੇ ਕਿਹਾ। 21 ਜੂਨ ਨੂੰ ਇਸ ਨੂੰ ਢਾਉਣ ਦਾ ਕੰਮ ਹੁਣ ਸ਼ੁਰੂ ਹੋ ਗਿਆ ਯਾਨੀ ਕਿ ਸੋਮਵਾਰ ਨੂੰ। ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਦੇ ਮੈਂਬਰ ਮੌਕੇ ਤੇ ਡਟੇ ਹੋਏ ਨੇ ਤੇ ਸਾਰਾ ਮਾਡਲ ਤੁੜਵਾ ਕੇ ਹੀ ਅਸੀਂ ਹਟਾਂਗੇ। ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦਾ ਹੂਬਹੂ ਮਾਡਲ ਕਿਤੇ ਵੀ ਨਹੀਂ ਉਸਾਰਿਆ ਜਾ ਸਕਦਾ, ਇਹ ਸਾਡੇ ਸਿਧਾਂਤਾਂ ਦੇ ਉਲਟ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ ਵੱਲੋਂ ਕਰੋਨਾ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਨਾ ਕੀਤੇ ਜਾਣ ਦੀ ਸਖਤ ਆਲੋਚਨਾ ਕੀਤੀ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਸਰਕਾਰ ਦੀ ਬਹੁਤ ਵੱਡੀ ਕਰੂਰਤਾ ਹੈ, ਬਹੁਤ ਨਿਰਦਈ ਸਰਕਾਰ ਹੈ। ਟਵੀਟ ਕੀਤਾ ਕਿ ਜ਼ਿੰਦਗੀ ਦੀ ਕੀਮਤ ਲਾਉਣਾ ਅਸੰਭਵ ਹੈ। ਸਰਕਾਰੀ ਮੁਆਵਜ਼ਾ ਤੇ ਇੱਕ ਛੋਟੀ ਜਿਹੀ ਮਦਦ ਹੁੰਦੀ ਹੈ ਪਰ ਸਰਕਾਰ ਇਹ ਵੀ ਕਰਨ ਨੂੰ ਤਿਆਰ ਨਹੀਂ। ਮਹਿਜ਼ 4-4 ਲੱਖ ਰੁਪਏ ਇੱਕ ਪਰਿਵਾਰ ਨੂੰ ਦੇ ਕੇ ਕਿੰਨੀ ਰਾਸ਼ੀ ਖਰਚ ਆ ਜਾਏਗੀ। ਕਾਂਗਰਸੀ ਲੀਡਰ ਨੇ ਦੋਸ਼ ਲਾਇਆ ਕਿ ਕੋਵਿਡ ਮਹਾਮਾਰੀ ਦੌਰਾਨ ਇਲਾਜ ਦੀ ਘਾਟ, ਫਿਰ ਝੂਠੇ ਅੰਕੜੇ ਤੇ ਹੁਣ ਸਰਕਾਰ ਦੀ ਇਹ ਜ਼ਾਲਮਾਨਾ ਹਰਕਤ। ਇਸੇ ਮਸਲੇ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਉਸ ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ MR ਸ਼ਾਹ ਦੀ ਵਿਸ਼ੇਸ਼ ਅਦਾਲਤ ਨੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ, ਸੀਨੀਅਰ ਵਕੀਲ BS ਉਪਾਧਿਆਏ ਤੇ ਹੋਰਨਾਂ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਨੇ। ਇਸ ਤੋਂ ਬਾਅਦ ਉੱਚ ਅਦਾਲਤ ਨੇ ਸਾਰੀਆਂ ਧਿਰਾਂ ਨੂੰ 3 ਦਿਨਾਂ ਦੇ ਵਿੱਚ ਲਿਖਤੀ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ। ਅਦਾਲਤ ਨੇ ਇਸ ਦੌਰਾਨ ਮੋਦੀ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮੌਤ ਪ੍ਰਮਾਣ ਪੱਤਰ ਦੇਣ ਦੀ ਪ੍ਰਕਿਰਿਆ ਨੂੰ ਸਰਕਾਰ ਸੌਖਾ ਬਣਾਏ, ਉਹਨਾਂ ਨੂੰ ਸੌਖੇ ਤਰੀਕੇ ਦੇ ਨਾਲ ਉਹ ਸਰਟੀਫਿਕੇਟ ਦੇ ਦਿੱਤੇ ਜਾਣ। ਦਰਅਸਲ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨਾਂ ਪਹੁੰਚੀਆਂ ਨੇ ਕਿ ਕੋਵਿਡ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੋਦੀ ਸਰਕਾਰ ਦੇ ਵੱਲੋਂ ਦਿੱਤੇ ਜਾਣ, ਪਰ ਮੋਦੀ ਸਰਕਾਰ ਨੇ ਨਾ ਕਰ ਦਿੱਤਾ ਕਿ ਇਹ ਕੋਈ ਕੁਦਰਤੀ ਆਫਤ ਨਹੀਂ ਸੀ। ਇਸ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਜਿਹੜੇ ਪ੍ਰਤੀਕਰਮ ਨੇ ਉਹ ਵੀ ਆ ਰਹੇ ਨੇ। ਪੀੜਤ ਪਰਿਵਾਰ ਵੱਖ-ਵੱਖ ਥਾਵਾਂ ਤੋਂ ਹੁਣ ਉਹ ਕਹਿ ਰਹੇ ਨੇ ਕਿ ਸਾਡੇ ਆਪਣੇ ਇਸ ਦੁਨੀਆ ਤੇ ਨਹੀਂ ਰਹੇ ਤੇ ਸਰਕਾਰ ਨੇ ਸਾਨੂੰ ਕੀੜੇ ਮਕੌੜਿਆਂ ਵਾਂਗ ਰੁਲਣ ਦੇ ਲਈ ਛੱਡ ਦਿੱਤਾ ਹੈ। ਨਾ ਕਿਸੇ ਸਾਹਮਣੇ ਅਸੀਂ ਰੋ ਸਕਦੇ ਹਾਂ, ਨਾ ਹੀ ਕਿਸੇ ਨੂੰ ਅਸੀਂ ਕੁਝ ਕਹਿ ਸਕਦੇ ਹਾਂ। ਸਰਕਾਰ ਦੇ ਲਈ 4-4 ਲੱਖ ਰੁਪਏ ਕਿੰਨੀ ਕੁ ਵੱਡੀ ਗੱਲ ਹੈ ਜੇ ਆਪਾਂ ਸੋਚੀਏ, ਕਿਉਂਕਿ ਇਹ ਕੁਦਰਤੀ ਮੌਤਾਂ ਨਹੀਂ ਸਨ। ਜਿਹੜੀਆਂ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਨੇ ਉਹ ਕਿਸੇ ਵੀ ਹਾਲਤ ਦੇ ਵਿੱਚ ਕੁਦਰਤੀ ਮੌਤਾਂ ਨਹੀਂ ਸਨ, ਕਿਸੇ ਵੀ ਹਾਲਤ ਵਿੱਚ ਬਿਮਾਰੀ ਕਾਰਨ ਹੋਈਆਂ ਮੌਤਾਂ ਨਹੀਂ ਸਨ, ਉਹ ਪ੍ਰਬੰਧਾਂ ਦੀ ਨਾਕਾਮੀ ਕਾਰਨ ਹੋਈਆਂ ਮੌਤਾਂ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਟਵਿੱਟਰ ਨੂੰ ਦੂਸਰੀ ਵਾਰੀ ਅਪੀਲ ਕੀਤੀ ਗਈ ਹੈ ਨਰਮੀ ਦੇ ਨਾਲ ਕਿ ਜੋ ਟਵਿੱਟਰ ਦੇ ਉੱਤੇ ਸਿੱਖਾਂ ਦੇ ਖਿਲਾਫ ਖਬਰਾਂ ਦਿਖਾਈਆਂ ਜਾਂਦੀਆਂ ਨੇ ਉਹਨਾਂ ਦੇ ਪ੍ਰਸਾਰ ਨੂੰ ਤੁਰੰਤ ਬੰਦ ਕੀਤਾ ਜਾਵੇ। ਬੀਬੀ ਜਗੀਰ ਕੌਰ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਟਵਿੱਟਰ ਨੂੰ ਪਹਿਲਾਂ ਵੀ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਅਜਿਹੀਆਂ ਖਬਰਾਂ ਨੂੰ ਬੰਦ ਕੀਤਾ ਜਾਵੇ ਜੋ ਕਿ ਸਿੱਖਾਂ ਦੇ ਖਿਲਾਫ ਲੋਕਾਂ ਨੂੰ ਭੜਕਾਉਂਦੀਆਂ ਨੇ, ਪਰ ਟਵਿੱਟਰ ਨੇ ਇਸ ਦਾ ਜਵਾਬ ਤੱਕ ਨਹੀਂ ਦਿੱਤਾ। ਹੁਣ ਭਾਰਤ ਦੇ ਵਿੱਚ ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖੋਹ ਲਈ ਗਈ ਹੈ। ਹੁਣ ਟਵਿੱਟਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਕਰਵਾ ਸਕਦਾ ਹੈ। ਅਸੀਂ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਾਂ, ਪਰ ਅਸੀਂ ਇੱਕ ਮੌਕਾ ਹੋਰ ਦੇ ਰਹੇ ਹਾਂ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਇੱਕ ਵੈਬ ਸੀਰੀਜ਼ ਰਿਲੀਜ਼ ਹੋਣ ਵਾਲੀ ਹੈ ਇੱਕ ਕੰਪਨੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ, ਜਿਵੇਂ ਨੈਟਫਲਿਕਸ ਹੁੰਦਾ ਉਸੇ ਤਰ੍ਹਾਂ ਇੱਕ ਹੋਰ ਕੰਪਨੀ ਹੈ। 1984 ਸਿੱਖ ਕਤਲੇਆਮ ਨੂੰ ਲੈ ਕੇ ਇਹ ਵੈਬ ਸੀਰੀਜ਼ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਨਾਮ ਗ੍ਰਹਿਣ ਹੈ। ਡਿਜ਼ਨੀ ਹੌਟਸਟਾਰ ਪਲੇਟਫਾਰਮ ਤੇ ਇਹ ਰਿਲੀਜ਼ ਹੋ ਰਹੀ ਹੈ 24 ਜੂਨ ਨੂੰ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਵੈਬ ਸੀਰੀਜ਼ ਦੇ ਰਾਹੀਂ ਮੁੜ ਸਿੱਖਾਂ ਦੇ ਕਿਰਦਾਰ ਤੇ ਹਮਲਾ ਕੀਤਾ ਗਿਆ ਹੈ ਕਿਉਂਕਿ ਇਸ ਕਤਲੇਆਮ ਦੇ ਪਿੱਛੇ ਇੱਕ ਸਿੱਖ ਦਾ ਹੀ ਹੱਥ ਦੱਸਿਆ ਗਿਆ ਹੈ।
ਐਸਜੀਪੀਸੀ ਦੇ ਵੱਲੋਂ ਹੁਣ ਇਸ ਨੂੰ ਬੰਦ ਕਰਵਾਉਣ ਦੇ ਲਈ ਵੈਬ ਸੀਰੀਜ਼ ਦੇ ਨਿਰਮਾਤਾ ਤੇ ਡਿਜ਼ਨੀ ਹੌਟਸਟਾਰ ਦੇ ਮੁਖੀ ਸੁਨੀਲ ਰਾਏ ਨੂੰ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਕਈ ਵਾਰੀ ਅਪੀਲ ਕੀਤੀ ਹੈ ਕਿ ਸੈਂਸਰ ਬੋਰਡ ਦੇ ਵਿੱਚ ਇੱਕ ਸਿੱਖ ਮੈਂਬਰ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਭਟਕਾਉਣ ਵਾਲੀਆਂ ਕਾਰਵਾਈਆਂ ਤੇ ਰੋਕ ਲੱਗ ਸਕੇ। ਜਗੀਰ ਕੌਰ ਨੇ ਜੋ ਦਿੱਲੀ ਦੇ ਵਿੱਚ ਪੰਜਾਬੀ ਬਾਗ ਦੇ ਪਾਰਕ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਗਿਆ ਹੈ ਉਸ ਦੀ ਵੀ ਨਿਖੇਧੀ ਕੀਤੀ ਹੈ। ਸਿੱਖਾਂ ਦੇ ਖਿਲਾਫ ਟਵਿੱਟਰ ਦੇ ਉੱਤੇ ਬਹੁਤ ਸਾਰੀਆਂ ਨਫ਼ਰਤ ਭਰੀਆਂ ਜਿਹੜੀਆਂ ਖਬਰਾਂ ਆਉਂਦੀਆਂ, ਇਹ ਪਾੜਾ ਪਾਇਆ ਜਾ ਰਿਹਾ ਸਿੱਖਾਂ ਵਿੱਚ ਤੇ ਬਾਕੀ ਧਰਮਾਂ ਦੇ ਲੋਕਾਂ ਵਿੱਚ। ਅਸੀਂ ਪਹਿਲਾਂ ਚਿੱਠੀ ਲਿਖੀ, ਉਹਦਾ ਵੀ ਕੋਈ ਜਵਾਬ ਨਹੀਂ ਆਇਆ, ਔਰ ਉਹਦਾ ਰੈਫਰੈਂਸ ਦੇ ਕੇ ਆ ਇੰਡੀਅਨ ਐਕਸਪ੍ਰੈਸ ਵਿੱਚ ਫਿਰ ਲਿਖਿਆ ਗਿਆ, ਜਿਹੜਾ ਉਹਦਾ ਹਵਾਲਾ ਦੇ ਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਸੀ ਉਹਦਾ ਜਵਾਬ ਨਹੀਂ ਆਇਆ। ਇਹਦਾ ਮਤਲਬ ਕਿ ਟਵਿੱਟਰ ਨੇ ਕਦੀ ਪਰਵਾਹ ਨਹੀਂ ਕੀਤੀ ਕਿ ਉਹਨਾਂ ਨੂੰ ਅਸੀਂ ਕਿਹੜੀ ਕੋਈ ਗੱਲ ਦੀ ਬੇਨਤੀ ਕੀਤੀ ਹੈ। ਇਸ ਵੇਲੇ ਟਵਿੱਟਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਕਰ ਸਕਦਾ, ਕੋਈ ਵੀ ਪਰਚਾ ਦਰਜ ਕਰਾ ਸਕਦਾ, ਲੇਕਿਨ ਜੇ ਅੱਜ ਵੀ ਉਹ ਐਕਸ਼ਨ ਨਹੀਂ ਲੈਂਦੇ ਤਾਂ ਸਾਨੂੰ ਮਜਬੂਰ ਨਾ ਕਰਨ ਕਿ ਅਸੀਂ ਕੋਈ ਐਸਾ ਐਕਸ਼ਨ ਲਈਏ ਜਿਹਨਾਂ ਦੇ ਨਾਲ ਇਹ ਲੋਕਾਂ ਵਿੱਚ ਆਵੇ ਕਿ ਸ਼ਾਇਦ ਅਸੀਂ ਉਸ ਦੀ ਆਵਾਜ਼ ਦਬਾਉਣ ਦੀ ਗੱਲ ਕੀਤੀ। ਅਸੀਂ ਇਸ ਦੀ ਜ਼ਿੰਮੇਵਾਰੀ ਸਮਝਦੇ ਹਾਂ। ਸੋ ਇੱਕ ਵਾਰੀ ਫਿਰ ਮੈਂ ਬੇਨਤੀ ਕਰਦੀ ਹਾਂ ਬਤੌਰ ਮੁੱਖ ਸੇਵਾਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਿਤੇ ਇਸ ਤਰੀਕੇ ਨਾਲ ਭੜਕਾਇਆ ਨਾ ਜਾਵੇ ਕਿ ਪਹਿਲਾਂ ਵੀ ਅਸੀਂ ਨਾਲ ਉਹਨਾਂ ਨੂੰ ਬਕਾਇਦਾ ਸਬੂਤ ਲਾ ਕੇ ਦੱਸੇ ਸੀਗੇ ਕਿ ਜਿਹੜੀਆਂ ਟਵਿੱਟਰ ਦੇ ਵਿੱਚ ਸਿੱਖਾਂ ਦੇ ਖਿਲਾਫ ਨਫ਼ਰਤ ਭਰੀਆਂ ਖਬਰਾਂ ਹੁੰਦੀਆਂ ਉਹ ਬੰਦ ਕੀਤੀਆਂ ਜਾਣ। ਇੱਕ ਵਾਰੀ ਫਿਰ ਮੈਂ ਬੇਨਤੀ ਕਰਦੀ ਹਾਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇ ਔਰ ਉਹਨਾਂ ਲੋਕਾਂ ਨੂੰ ਇਸ ਗੱਲ ਦੇ ਉੱਤੋਂ ਰੋਕਿਆ ਜਾਵੇ। ਬੜਾ ਅਫਸੋਸ ਹੈ ਕਿ ਜਿਨ੍ਹਾਂ ਨੇ ਜ਼ੁਲਮ ਝੱਲਿਆ, ਜਿਨ੍ਹਾਂ ਸਿੱਖ ਧਰਮ ਦੀ ਨਸਲਕੁਸ਼ੀ ਦੀ ਗੱਲ ਕੀਤੀ ਗਈ ਹੈ ਸਿੱਖ ਕੌਮ ਦੀ, ਉਹਨੂੰ ਹੀ ਦੋਸ਼ੀ ਠਹਿਰਾ ਕੇ ਉਹਦੇ ਵਿੱਚ ਪੇਸ਼ ਕੀਤਾ ਗਿਆ। ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ। ਸਿੱਖਾਂ ਨੂੰ ਫਿਰ ਭੜਕਾਉਣ ਵਾਲੀ ਗੱਲ ਹੋ ਰਹੀ ਹੈ ਔਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਫਿਰ ਉਸੇ ਤਰ੍ਹਾਂ ਉਕਸਾਉਣ ਵਾਲੀ ਗੱਲ ਕੀਤੀ ਜਾ ਰਹੀ ਹੈ ਜਿਹਦੀ ਕਿ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਰਹਿਣ ਵੈਬ ਸੀਰੀਜ਼ ਦੇ ਨਿਰਮਾਤਾ ਅਜੇ ਜੀ ਰਾਏ ਅਤੇ ਡਿਜ਼ਨੀ ਹੌਟਸਟਾਰ ਦੇ ਮੁਖੀ ਸੁਨੀਲ ਰਾਏ ਨੂੰ ਬੀਬੀ ਨਿਰਪ੍ਰੀਤ ਕੌਰ ਵੱਲੋਂ ਕਾਨੂੰਨੀ ਨੋਟਿਸ ਦਿੱਤਾ ਗਿਆ, ਜਿੱਥੇ ਅਸੀਂ ਉਸ ਦੀ ਨਾਲ ਹਮਾਇਤ ਕਰਦੇ ਹਾਂ, ਉੱਥੇ ਇਸ ਗੱਲ ਤੋਂ ਮੈਂ ਸੁਚੇਤ ਕਰਦੀ ਹਾਂ ਕਿ ਤੁਰੰਤ ਅਸੀਂ ਬਹੁਤ ਜਲਦੀ 1-2 ਦਿਨਾਂ 'ਚ ਅਸੀਂ ਵੀ ਇਹਨੂੰ ਕਾਨੂੰਨੀ ਨੋਟਿਸ ਭੇਜਾਂਗੇ। ਹਰਿਆਣਾ ਤੋਂ ਇੱਕ ਵੱਖਰੀ ਖਬਰ ਹੈ, ਜਿੱਥੇ ਗੋਬਿੰਦਪੁਰਾ ਪਿੰਡ ਦੇ ਵਿੱਚ ਭਿਵਾਨੀ ਜ਼ਿਲ੍ਹੇ ਦੇ ਗੋਬਿੰਦਪੁਰਾ ਪਿੰਡ ਦੇ ਵਿੱਚ ਪੰਚਾਇਤ ਨੇ ਕਰੀਬ 300 ਸਾਲ ਪੁਰਾਣੀ ਪੱਖਪਾਤੀ ਰਵਾਇਤ ਨੂੰ ਖਤਮ ਕਰ ਦਿੱਤਾ ਹੈ ਤੇ ਹੁਣ ਇੱਥੇ ਰਹਿੰਦੇ ਅਨੁਸੂਚਿਤ ਜਾਤੀ ਦੇ ਹੇੜੀ ਸਮਾਜ ਦੇ ਵਿਅਕਤੀਆਂ ਨੂੰ ਵੀ ਧੂਮ-ਧਾਮ ਨਾਲ ਘੋੜੇ ਤੇ ਬਿਠਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਜਿਵੇਂ ਬਰਾਤ ਘੋੜੀ ਤੇ ਬੈਠ ਕੇ ਜਾਂਦੀ ਹੈ, ਲਾੜਾ ਬੈਠ ਕੇ ਜਾਂਦਾ ਹੈ, ਉਸ ਤਰੀਕੇ ਦੇ ਨਾਲ ਹੁਣ ਇਸ ਭਾਈਚਾਰੇ ਦੇ ਲੋਕ ਵੀ ਬੈਠ ਕੇ ਜਾ ਸਕਣਗੇ। 300 ਸਾਲ ਪਹਿਲਾਂ ਤੱਕ ਇਸ ਪਿੰਡ ਦੇ ਵਿੱਚ ਇਸ ਭਾਈਚਾਰੇ ਦੇ ਲੋਕ ਨੇ ਜਿਹੜੇ ਘੋੜੀ ਤੇ ਨਹੀਂ ਬਹਿ ਸਕਦੇ ਹੁੰਦੇ ਸੀ। ਕਿੰਨੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਨਿਖੇਧੀਜਨਕ ਇਹ ਰਵਾਇਤਾਂ ਚਾਲੂ ਕੀਤੀਆਂ ਹੋਈਆਂ ਸੀ। 300 ਸਾਲ ਪਹਿਲਾਂ ਵਸੇ ਪਿੰਡ ਗੋਬਿੰਦਪੁਰਾ ਦੀ ਆਬਾਦੀ 2000 ਦੇ ਕਰੀਬ ਹੈ। ਇੱਥੇ ਸਿਰਫ 2 ਸਮਾਜ ਰਾਜਪੂਤ ਅਤੇ ਹੇੜੀ ਜਿਹੜੇ ਭਾਈਚਾਰੇ ਦੇ ਲੋਕ ਰਹਿੰਦੇ ਨੇ। ਪਿੰਡ ਵਿੱਚ ਰਾਜਪੂਤਾਂ ਦੀ ਜਿਹੜੀ ਆਬਾਦੀ ਉਹ 1200 ਹੈ ਤੇ ਦੂਸਰੇ ਸਮਾਜ ਦੇ ਲੋਕਾਂ ਦੀ ਗਿਣਤੀ 800 ਹੈ। ਗੋਬਿੰਦਪੁਰਾ ਪੰਚਾਇਤ ਦੇ ਸਰਪੰਚ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਸਾਡਾ ਪਿੰਡ ਪਹਿਲਾਂ ਹਾਲੂਵਾਸ ਮਾਜਰਾ ਦੇਵਸਰ ਪੰਚਾਇਤ ਦੇ ਵਿੱਚ ਆਉਂਦਾ ਸੀ। ਇਸ ਨੂੰ ਹਾਲ ਹੀ ਵਿੱਚ ਵੱਖਰੀ ਪੰਚਾਇਤ ਵਜੋਂ ਮਾਨਤਾ ਮਿਲੀ ਹੈ ਤੇ ਅਸੀਂ ਪੁਰਾਣੀਆਂ ਜਿਹੜੀਆਂ ਰੂੜੀਵਾਦੀ ਰਵਾਇਤਾਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਹੈ ਤਾਂ ਕਿ ਪਿੰਡ ਦੇ ਵਿੱਚ ਸਾਰੇ ਲੋਕ ਆਪਸ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਸਕਣ। 3 ਵਰੇ ਪਹਿਲਾਂ ਵੀ ਕਹਿੰਦੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਦੋਂ ਪੰਚਾਇਤ ਦੇ ਕੁਝ ਲੋਕ ਨਾਰਾਜ਼ ਹੋ ਗਏ ਸੀ, ਕੋਈ ਫੈਸਲਾ ਹੋ ਨਹੀਂ ਸਕਿਆ ਸੀ। ਭਾਰਤ ਦੇ ਪ੍ਰਸਿੱਧ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੇ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ। ਭਾਜਪਾ ਦੇ ਟੱਕਰੇ ਲਈ ਤੀਸਰੇ ਮੋਰਚੇ ਦੇ ਗਠਨ ਦੀ ਸੰਭਾਵਨਾ ਦੀਆਂ ਕਿਆਸ ਰਾਈਆਂ ਦੇ ਵਿਚਾਲੇ ਇਸ ਮਹੀਨੇ ਇਹਨਾਂ ਦੋਵਾਂ ਲੀਡਰਾਂ ਦੀ ਇਹ ਦੂਸਰੀ ਮੁਲਾਕਾਤ ਹੈ। ਪੂਰੇ ਦੇਸ਼ ਦੇ ਵਿੱਚ 21 ਜੂਨ ਨੂੰ ਬੀਜੇਪੀ ਦੇ ਵੱਲੋਂ ਯੋਗ ਦਿਵਸ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਇਹ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਤੇ ਇਸ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਇਸ ਬਾਰੇ ਸੰਦੇਸ਼ ਵੀ ਦਿੱਤਾ ਹੈ। ਅਜਿਹੇ ਦੇ ਵਿੱਚ ਕਿਸਾਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੂਰੇ ਹਰਿਆਣਾ ਦੇ ਵਿੱਚ ਅਸੀਂ ਬੀਜੇਪੀ ਤੇ ਜੇਜੇਪੀ ਲੀਡਰਾਂ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਇਹਨਾਂ ਦੇ ਕਿਸਾਨ ਵਿਰੋਧੀ ਰਵੱਈਏ ਦੇ ਕਾਰਨ ਸਾਨੂੰ ਅਜਿਹਾ ਕਰਨਾ
ਪੈ ਰਿਹਾ ਹੈ। ਬੀਜੇਪੀ ਲੀਡਰਾਂ ਨੂੰ ਆਪਣੇ ਐਲਾਨੇ ਪ੍ਰੋਗਰਾਮ ਹੁਣ ਲੁਕ ਛਿਪ ਕੇ ਕਰਨੇ ਪੈ ਰਹੇ ਨੇ। ਕਹਿੰਦੇ ਰਿਪੋਰਟਾਂ ਨੇ ਕਿ ਮੁੱਖ ਮੰਤਰੀ ਪੰਚਕੂਲਾ ਵਿੱਚ ਹੈਲੀਕਾਪਟਰ ਰਾਹੀਂ ਆਪਣੇ ਸਮਾਗਮਾਂ 'ਚ ਜਾਣ ਦੇ ਲਈ ਬਕਾਇਦਾ ਹੈਲੀਪੈਡ ਵਰਤਣ ਦੀ ਬਜਾਏ ਕਿਸੇ ਅਣਦੱਸੀ ਥਾਂ ਦੇ ਹੈਲੀਪੈਡ ਦੇ ਉੱਤੇ ਉਤਰੇ। ਲੁਕ ਛਿਪ ਕੇ ਕਹਿੰਦੇ ਇਹਨਾਂ ਨੂੰ ਪਹੁੰਚਣਾ ਪੈ ਰਿਹਾ ਹੈ। ਮੁੱਖ ਮੰਤਰੀ ਵਿਰੋਧ ਪ੍ਰਦਰਸ਼ਨ ਕਰ ਰਹੇ 70 ਤੋਂ ਵੱਧ ਕਿਸਾਨਾਂ ਨੂੰ ਥਾਣੇ ਦੇ ਵਿੱਚ ਵੀ ਰੱਖਿਆ। ਪੰਚਕੂਲਾ ਦੇ ਕ੍ਰਾਈਮ ਥਾਣੇ ਦੇ ਵਿੱਚ 5 ਘੰਟੇ ਤੋਂ ਵੀ ਵੱਧ ਸਮੇਂ ਦੇ ਲਈ। ਤੇ ਜਦੋਂ ਰਿਹਾਈ ਦੀ ਮੰਗ ਦੇ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਤਾਂ ਰਾਤ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਸੀ। ਇਸ ਦਰਮਿਆਨ ਕਿਸਾਨ ਮੋਰਚੇ ਨੇ ਫਿਰ ਚੇਤਾਵਨੀ ਦਿੱਤੀ ਹੈ ਕਿ ਹਰਿਆਣਾ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਬੀਜੇਪੀ ਤੇ ਜੇਜੇਪੀ ਦੇ ਲੀਡਰਾਂ ਨੂੰ ਵਾਰ-ਵਾਰ ਕਿਸਾਨਾਂ ਨੂੰ ਬਿਨਾਂ ਵਜ੍ਹਾ ਨਾ ਭੜਕਾਉਣ ਦੀ ਚੇਤਾਵਨੀ ਦੇ ਰਹੀਆਂ ਨੇ, ਪਰ ਉਹ ਵਾਰ-ਵਾਰ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕਰ ਰਹੇ ਨੇ, ਜਦਕਿ ਉਹਨਾਂ ਨੂੰ ਪਤਾ ਹੈ ਕਿ ਕਿਸਾਨਾਂ ਦੀਆਂ ਵੋਟਾਂ ਦੇ ਨਾਲ ਹੀ ਉਹ ਸੱਤਾ ਦੇ ਵਿੱਚ ਆਏ ਨੇ। ਜੇ ਉਹ ਲੀਡਰ ਨੇ, ਸੱਚਮੁੱਚ ਲੀਡਰ ਨੇ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਕੋਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਦੇ ਲਈ ਉਹ ਕਿਸਾਨਾਂ ਦੇ ਹੱਕ ਵਿੱਚ ਖੜਨ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਦੀਆਂ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿੱਚ ਵਾਧੇ ਤੇ ਕੁਝ ਹੋਰ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਤੇ ਚਰਚਾ ਕਰਨ ਦੇ ਲਈ 24 ਜੂਨ ਨੂੰ ਸੀਨੀਅਰ ਲੀਡਰਾਂ ਦੀ ਬੈਠਕ ਸੱਦੀ ਹੈ। ਇਸ ਡਿਜੀਟਲ ਮੀਟਿੰਗ ਦੇ ਵਿੱਚ ਕਾਂਗਰਸ ਲੀਡਰ ਪਾਰਟੀ ਦੀ ਤਜਵੀਜ਼ਤ ਸੰਪਰਕ ਮੁਹਿੰਮ ਤੇ ਵੀ ਚਰਚਾ ਕਰ ਸਕਦੇ ਨੇ। ਮੀਟਿੰਗ ਦੇ ਵਿੱਚ ਤੇਲ ਕੀਮਤਾਂ ਤੇ ਜ਼ਰੂਰੀ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਸੰਬੰਧੀ ਭਵਿੱਖੀ ਰਣਨੀਤੀ ਤੇ ਵੀ ਚਰਚਾ ਕੀਤੀ ਜਾਏਗੀ। ਇਸ ਦੇ ਨਾਲ ਹੀ ਕੋਵਿਡ ਦੇ ਮੌਜੂਦਾ ਹਾਲਾਤ ਅਤੇ ਆਰਥਿਕ ਸਥਿਤੀ ਤੇ ਵੀ ਚਰਚਾ ਹੋ ਸਕਦੀ ਹੈ। ਇਹ ਮੀਟਿੰਗ ਮੌਨਸੂਨ ਸੈਸ਼ਨ ਤੋਂ ਪਹਿਲਾਂ ਹੋ ਰਹੀ ਹੈ। ਫੇਸਬੁੱਕ ਤੇ WhatsApp ਨੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਤੋਂ CCI ਦੇ ਨੋਟਿਸ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। CCI ਯਾਨੀ ਕਿ ਭਾਰਤੀ ਕੰਪੀਟੀਸ਼ਨ ਕਮਿਸ਼ਨ ਨੇ ਸੋਸ਼ਲ ਮੀਡੀਆ ਸਾਈਟਾਂ ਤੋਂ ਨਵੀਂ ਨਿਜਤਾ ਨੀਤੀ ਦੀ ਜਾਂਚ ਮਾਮਲੇ ਵਿੱਚ ਕੁਝ ਜਾਣਕਾਰੀ ਮੰਗੀ ਹੈ। ਜਸਟਿਸ ਅਨੂਪ ਜੈਰਾਮ ਪੰਭਾਨੀ ਤੇ ਜਸਟਿਸ ਜਸਮੀਤ ਸਿੰਘ ਦੇ ਬੈਂਚ ਨੇ ਕਿਹਾ ਕਿ ਉਹ ਅਪੀਲ ਤੇ ਹੁਕਮ ਜਾਰੀ ਕਰਨਗੇ। ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਹਾਲਾਂਕਿ ਇਹ ਵਕੇਸ਼ਨ ਬੈਂਚ ਹੈ, ਇਸ ਲਈ ਉਹ ਮਾਮਲੇ ਦੇ ਗੁਣ ਦੋਸ਼ਾਂ ਵਿੱਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਮੁੱਖ ਪਟੀਸ਼ਨਰ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਕੋਲ ਪੈਂਡਿੰਗ ਨੇ। ਬੈਂਚ ਨੇ ਕਿਹਾ ਕਿ ਅਸੀਂ ਹੁਕਮ ਦੇਵਾਂਗੇ। ਮਾਮਲੇ ਤੇ ਅਗਲੀ ਸੁਣਵਾਈ 9 ਜੁਲਾਈ ਨੂੰ ਹੋਵੇਗੀ। ਯੂਪੀ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਮੰਦਿਰ ਦੇ ਵਿੱਚ ਮੁਸਲਿਮ ਬੱਚੇ ਨੂੰ ਕੁੱਟਮਾਰ ਕਰਨ ਦੀ। ਉਸ ਮਸਲੇ ਦੇ ਵਿੱਚ ਦਿੱਲੀ ਪੁਲਿਸ ਨੇ ਦੱਸਿਆ ਕਿ ਮਹੰਤ ਯਤੀ ਨਰਸਿੰਹਾਨੰਦ ਸਰਸਵਤੀ ਨੇ ਪੁੱਛਗਿੱਛ ਦੇ ਦੌਰਾਨ ਮੰਨਿਆ ਕਿ ਉਸਨੇ ਪੈਗੰਬਰ ਮੁਹੰਮਦ ਸਾਹਿਬ ਦੇ ਲਈ ਟਿੱਪਣੀ ਕੀਤੀ ਸੀ। ਇੰਡੀਅਨ ਐਕਸਪ੍ਰੈਸ ਦੀ ਖਬਰ ਦੇ ਮੁਤਾਬਿਕ ਮਹੰਤ ਨਰਸਿੰਹਾਨੰਦ ਤੋਂ ਇਹ ਪੁੱਛਗਿੱਛ ਦਿੱਲੀ ਵਿੱਚ ਅਪ੍ਰੈਲ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਨੂੰ ਲੈ ਕੇ ਕੀਤੀ ਗਈ ਸੀ। ਕਰੀਬ 2.5 ਘੰਟੇ ਤੱਕ ਚੱਲੀ ਪੁੱਛਗਿੱਛ ਦੌਰਾਨ ਮਹੰਤ ਨੇ ਇਹ ਦਾਅਵਾ ਵੀ ਕੀਤਾ ਕਿ ਮੈਨੂੰ ਲੋਕਾਂ ਨੇ ਗਲਤ ਸਮਝਿਆ। ਨਰਸਿਆਨੰਦ ਗਾਜ਼ੀਆਬਾਦ ਸਥਿਤ ਡਾਸਨਾ ਦੇ ਇੱਕ ਮੰਦਿਰ ਦੇ ਵਿੱਚ ਮਹੰਤ ਨੇ। ਇਹ ਮੰਦਿਰ ਮਾਰਚ ਵਿੱਚ ਉਸ ਵਕਤ ਚਰਚਾ ਵਿੱਚ ਆਇਆ ਸੀ ਜਦੋਂ ਇੱਥੇ ਨਲਕੇ ਤੋਂ ਪਾਣੀ ਪੀਣ ਨੂੰ ਲੈ ਕੇ ਇੱਕ ਮੁਸਲਿਮ ਬੱਚੇ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਸੀ। ਮਹੰਤ ਨਰਸਿਆਨੰਦ ਸਰਸਵਤੀ ਨੇ ਉਸ ਵਕਤ ਕਿਹਾ ਸੀ ਕਿ ਮੈਨੂੰ ਇਸ ਘਟਨਾ ਦਾ ਕੋਈ ਅਫਸੋਸ ਨਹੀਂ ਹੈ। ਪ੍ਰੈਸ ਕਲੱਬ ਦੇ ਵਿੱਚ ਫਿਰ 1 ਅਪ੍ਰੈਲ ਨੂੰ ਪ੍ਰੈਸ ਕਾਨਫਰੰਸ ਹੋਈ। ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦਾ ਜਿਹੜਾ ਸਿਊਮੋਟੋ ਨੋਟਿਸ ਲਿਆ ਸੀ ਤੇ ਕੇਸ ਦਰਜ ਕੀਤਾ ਸੀ। ਅਗਲੀ ਖਬਰ ਵੀ ਉੱਤਰ ਪ੍ਰਦੇਸ਼ ਤੋਂ ਹੈ ਜਿੱਥੇ ਗਾਜ਼ੀਆਬਾਦ ਵਿੱਚ ਇੱਕ ਬਜ਼ੁਰਗ ਦੀ ਕੁੱਟਮਾਰ ਨਾਲ ਜੁੜੇ ਵਾਇਰਲ ਵੀਡੀਓ ਦੀ ਜਾਂਚ ਦੇ ਸਿਲਸਿਲੇ ਵਿੱਚ ਟਵਿੱਟਰ ਇੰਡੀਆ ਨੇ ਪੁਲਿਸ ਦੇ ਨੋਟਿਸ ਦਾ ਜਵਾਬ ਭੇਜਿਆ। ਗਾਜ਼ੀਆਬਾਦ ਦੇ ਸੀਨੀਅਰ SSP ਅਮਿਤ ਪਾਠਕ ਨੇ ਦੱਸਿਆ ਕਿ ਟਵਿੱਟਰ ਇੰਡੀਆ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੁੱਛਗਿੱਛ ਦੇ ਲਈ ਅਸੀਂ ਤਿਆਰ ਹਾਂ। ਗਾਜ਼ੀਆਬਾਦ ਦੀ ਪੁਲਿਸ ਨੇ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਹੇਸ਼ਵਰੀ ਨੂੰ ਇਸ ਮਾਮਲੇ ਦੇ ਵਿੱਚ ਕਾਨੂੰਨੀ ਨੋਟਿਸ ਭੇਜਿਆ ਸੀ। ਗਾਜ਼ੀਆਬਾਦ ਪੁਲਿਸ ਟਵਿੱਟਰ ਇੰਡੀਆ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ ਤੇ ਇੱਕ ਹੋਰ ਨੋਟਿਸ ਭੇਜਣ ਤੇ ਵਿਚਾਰ ਕਰ ਰਹੀ ਹੈ। ਅਮਿਤ ਪਾਠਕ ਨੇ ਦੱਸਿਆ ਕਿ ਟਵਿੱਟਰ ਇੰਡੀਆ ਨੇ ਆਪਣੇ ਜਵਾਬ ਦੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੂੰ ਨੋਟਿਸ ਵਿੱਚ ਕੁਝ ਬਦਲਾਅ ਕਰਨ ਦੇ ਲਈ ਕਿਹਾ ਹੈ। ਇਸ ਮਾਮਲੇ ਵਿੱਚ ਗਾਜ਼ੀਆਬਾਦ ਪੁਲਿਸ ਨੇ ਆਪਣੇ ਨੋਟਿਸ ਵਿੱਚ ਟਵਿੱਟਰ ਇੰਡੀਆ ਦੇ MD ਨੂੰ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਕਿਹਾ ਹੈ। ਨੋਟਿਸ ਮੁਤਾਬਿਕ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਹੇਸ਼ਵਰੀ ਨੂੰ 7 ਦਿਨਾਂ ਦੇ ਅੰਦਰ ਲੋਨੀ ਥਾਣੇ ਜਾ ਕੇ ਆਪਣਾ ਬਿਆਨ ਦਰਜ ਕਰਵਾਉਣਾ ਹੋਵੇਗਾ। ਪੁਲਿਸ ਦਾ ਇਲਜ਼ਾਮ ਹੈ ਕਿ ਟਵਿੱਟਰ ਇੰਡੀਆ ਨੇ ਇਸ ਵੀਡੀਓ ਨੂੰ ਜਾਣਬੁੱਝ ਕੇ ਵਾਇਰਲ ਹੋਣ ਦਿੱਤਾ। ਇਹ ਮਾਮਲਾ ਉਸ ਵਕਤ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ ਹੈ ਜਦੋਂ ਟਵਿੱਟਰ ਇੰਡੀਆ ਨੇ ਇੰਟਰਮੀਡੀਏਰੀ ਪਲੇਟਫਾਰਮ ਦੇ ਤੌਰ ਤੇ ਮਿਲੇ ਕਾਨੂੰਨੀ ਸੰਰਖਣ ਨੂੰ ਗਵਾ ਦਿੱਤਾ ਹੈ, ਕਾਨੂੰਨੀ ਸੁਰੱਖਿਆ ਨੂੰ ਗਵਾ ਦਿੱਤਾ ਹੈ। ਕੋਲਕਾਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਿੰਸਾ ਦੀਆਂ ਘਟਨਾਵਾਂ ਸੰਬੰਧੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸੌਂਪਣ ਦੇ ਹੁਕਮਾਂ ਨੂੰ ਸੋਮਵਾਰ ਨੂੰ ਵਾਪਸ ਲੈਣ ਤੋਂ ਯਾਨੀ ਕਿ ਅੱਜ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਸੂਬਾ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ ਹੈ। ਅਜਿਹਾ ਕਰਕੇ ਕੋਲਕਾਤਾ ਹਾਈ ਕੋਰਟ ਨੇ
ਤ੍ਰਿਣਮੂਲ ਕਾਂਗਰਸ ਯਾਨੀ ਕਿ ਮਮਤਾ ਬੈਨਰਜੀ ਦੀ ਸਰਕਾਰ ਨੂੰ ਝਟਕਾ ਦਿੱਤਾ ਹੈ। ਅਦਾਲਤ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇੱਕ ਕਮੇਟੀ ਦਾ ਗਠਨ ਕਰਕੇ ਸੂਬੇ ਦੇ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਦੌਰਾਨ ਕਥਿਤ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੀਆਂ ਘਟਨਾਵਾਂ ਦੀ ਜਾਂਚ ਦਾ ਹੁਕਮ ਦਿੱਤਾ ਸੀ। ਬੁਲੇਟਿਨ ਦੇ ਵਿੱਚ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ। ਸਭ ਤੋਂ ਪਹਿਲੀ ਖਬਰ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਨਾਲ ਜੁੜੀ ਹੋਈ ਹੈ। ਅਮਰੀਕੀ ਸੈਨਾ ਦੀ ਵਾਪਸੀ ਦੇ ਕਾਰਨ ਅਫਗਾਨਿਸਤਾਨ ਦੇ ਵਿੱਚ ਅਨਿਸ਼ਚਿਤਤਾ ਦੇ ਮੱਦੇਨਜ਼ਰ ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਜੂਨ ਦੇ ਅਖੀਰ ਤੱਕ ਜੰਗ ਪ੍ਰਭਾਵਿਤ ਮੁਲਕ ਦੇ ਨਾਲ ਲੱਗਦੀ ਆਪਣੀ ਸਰਹੱਦ ਉੱਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਪੂਰਾ ਕਰ ਲਵੇਗਾ। ਦ ਡੌਨ ਦੀ ਖਬਰ ਦੇ ਮੁਤਾਬਿਕ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਇਹ ਗੱਲ ਸੰਸਦ ਦੇ ਹੇਠਲੇ ਸਦਨ ਦੇ ਵਿੱਚ ਕਹੀ। ਮੰਤਰੀ ਨੇ ਸਦਨ ਨੂੰ ਦੱਸਿਆ ਕਿ ਅਫਗਾਨਿਸਤਾਨ ਦੇ ਨਾਲ ਲੱਗਦੀ ਸਰਹੱਦ ਤੇ ਕੰਡਿਆਲੀ ਤਾਰ ਲਾਉਣ ਦਾ 88% ਕੰਮ ਪੂਰਾ ਹੋ ਚੁੱਕਿਆ ਹੈ। ਬਾਕੀ ਰਹਿੰਦਾ ਕੰਮ 30 ਜੂਨ ਤੱਕ ਪੂਰਾ ਹੋ ਜਾਏਗਾ। ਸਰਹੱਦ ਪਾਰ ਤੋਂ ਹਮਲੇ ਵਧਣ ਤੋਂ ਬਾਅਦ ਮਾਰਚ 2017 ਦੇ ਵਿੱਚ ਅਫਗਾਨਿਸਤਾਨ ਦੇ ਨਾਲ ਲੱਗਦੀ 2640 ਕਿਲੋਮੀਟਰ ਲੰਬੀ ਸਰਹੱਦੀ ਜ਼ਮੀਨ ਦੇ ਉੱਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਪਾਕਿਸਤਾਨ ਦੀ ਅਫਗਾਨਿਸਤਾਨ ਦੇ ਨਾਲ ਲੱਗਦੀ ਸਰਹੱਦ ਕਾਫੀ ਲੰਬੀ ਹੈ ਜੋ ਪਹਾੜੀ ਇਲਾਕੇ ਤੱਕ ਜਾਂਦੀ ਹੈ ਤੇ ਸਰਹੱਦ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਗਸ਼ਤ ਵੀ ਨਹੀਂ ਕੀਤੀ ਜਾਂਦੀ। ਇਹ ਇੰਨੀ ਜ਼ਿਆਦਾ ਵੱਡੀ ਹੈ। ਅਰਮੀਨੀਆ ਦੀਆਂ ਚੋਣਾਂ ਦੇ ਨਾਲ ਜੁੜੀ ਹੋਈ ਖਬਰ ਹੈ। ਪਿਛਲੇ ਸਾਲ ਨਾਗੋਰਨੋ ਕਾਰਾਬਾਖ ਦੇ ਇਲਾਕੇ ਵਿੱਚ ਹੋਈ ਜੰਗ ਦੇ ਵਿੱਚ ਅਜ਼ਰਬਾਈਜਾਨ ਤੋਂ ਮਿਲੀ ਹਾਰ ਦੇ ਲਈ ਜ਼ਿੰਮੇਦਾਰ ਠਹਿਰਾਏ ਜਾਣ ਦੇ ਬਾਵਜੂਦ ਅਰਮੀਨੀਆ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਨਿਕੋਲ ਪਾਸ਼ਿਨਯਾਨ ਨੇ ਸੰਸਦੀ ਚੋਣਾਂ ਦੇ ਵਿੱਚ ਸੱਤਾ ਤੇ ਕਬਜ਼ਾ ਬਰਕਰਾਰ ਰੱਖਿਆ। ਐਤਵਾਰ ਨੂੰ ਹੋਈਆਂ ਚੋਣਾਂ ਦੇ ਵਿੱਚ ਨਿਕੋਲ ਪਾਸ਼ਿਨਯਾਨ ਦੀ ਸਿਵਲ ਕੰਟਰੈਕਟ ਪਾਰਟੀ ਨੇ 53% ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਸਾਬਕਾ ਰਾਸ਼ਟਰਪਤੀ ਰਾਬਰਟ ਕੋਚਾਰਿਆਨ ਦੀ ਅਰਮੀਨੀਆ ਅਲਾਈਅੰਸ ਨੂੰ ਸਿਰਫ 21% ਵੋਟਾਂ ਹੀ ਮਿਲ ਸਕੀਆਂ ਨੇ। ਅਗਲੀ ਖਬਰ ਈਰਾਨ ਦੇ ਨਵੇਂ ਚੁਣੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਨਾਲ ਜੁੜੀ ਹੋਈ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਡੇ ਮੁਲਕ ਦੇ ਰਾਸ਼ਟਰਪਤੀ ਨੇ ਵੀ ਵਧਾਈਆਂ ਦਿੱਤੀਆਂ ਨੇ। ਪਰ ਰਈਸੀ ਦੇ ਚੋਣ ਜਿੱਤਣ ਤੋਂ ਬਾਅਦ ਪੂਰੇ ਦੁਨੀਆ ਦੇ ਵਿੱਚੋਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਮੁੱਖ ਵਿਰੋਧੀ ਇਜ਼ਰਾਈਲ ਨੇ ਦੁਨੀਆ ਨੂੰ ਜਾਗਣ ਦੇ ਲਈ ਕਿਹਾ ਹੈ ਤੇ ਰਾਸ਼ਟਰਪਤੀ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਤਹਿਰਾਨ ਦਾ ਜਲਾਦ ਦੱਸਿਆ ਹੈ। ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਨਫਤਾਲੀ ਬੈਨਟ ਨੇ ਕਿਹਾ ਕਿ ਇਹ ਕਰੂਰ ਜਲਾਦ ਦਾ ਰਾਜ ਹੈ, ਰਾਜੇ ਦਾ ਰਾਜ ਨਹੀਂ ਹੈ। ਬੈਨਟ ਨੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਕਿਹਾ ਹੈ ਕਿ ਈਰਾਨ ਦੇ ਨਾਲ ਪਰਮਾਣੂ ਸਮਝੌਤੇ ਵਿੱਚ ਪਰਤਣ ਤੋਂ ਪਹਿਲਾਂ ਆਖਰੀ ਵਾਰ ਜਾਗ ਜਾਣ। ਬੈਨਟ ਨੇ ਟਿੱਪਣੀ ਐਤਵਾਰ ਨੂੰ ਆਪਣੀ ਕੈਬਨਿਟ ਦੀ ਪਹਿਲੀ ਬੈਠਕ ਦੇ ਵਿੱਚ ਕਹੀ। ਕੱਟੜਪੰਥੀ ਨੇਤਾ ਰਈਸੀ ਸ਼ਨੀਵਾਰ ਨੂੰ 62% ਵੋਟਾਂ ਦੇ ਨਾਲ ਈਰਾਨ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਸੀ ਤੇ ਈਰਾਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ VOTING ਦਰਜ ਕੀਤੀ ਗਈ ਹੈ ਇਹਨਾਂ ਚੋਣਾਂ ਦੇ ਵਿੱਚ। 1988 ਦੇ ਵਿੱਚ ਈਰਾਨ ਇਰਾਕ ਯੁੱਧ ਤੋਂ ਬਾਅਦ ਸਿਆਸੀ ਕੈਦੀਆਂ ਨੂੰ ਸਮੂਹਿਕ ਫਾਂਸੀ ਦੇਣ ਦੇ ਵਿੱਚ ਹਿੱਸੇਦਾਰੀ ਦੇ ਕਾਰਨ ਅਮਰੀਕਾ ਨੇ ਰਈਸੀ ਤੇ ਰੋਕਾਂ ਲਾ ਦਿੱਤੀਆਂ ਸੀ। ਰਈਸੀ ਨੇ ਉਸ ਘਟਨਾ ਤੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਹੈ। ਹਾਲਾਂਕਿ ਈਰਾਨ ਦੇ ਨਵੇਂ ਬਣੇ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਅੱਜ ਅਪੀਲ ਕੀਤੀ ਹੈ ਅਮਰੀਕਾ ਨੂੰ ਕਿ ਸਾਡੇ ਤੇ ਲੱਗੀਆਂ ਰੋਕਾਂ ਹਟਾ ਦਿੱਤੀਆਂ ਜਾਣ। ਰਈਸੀ ਨੇ ਕਿਹਾ ਕਿ ਈਰਾਨ ਦੀ ਵਿਦੇਸ਼ ਨੀਤੀ ਵਿਸ਼ਵ ਪੱਧਰੀ ਤਾਕਤਾਂ ਦੇ ਨਾਲ 2015 ਦੇ ਪਰਮਾਣੂ ਕਰਾਰ ਤੱਕ ਸੀਮਿਤ ਨਹੀਂ ਰਹੇਗੀ। ਚੋਣਾਂ ਜਿੱਤਣ ਤੋਂ ਬਾਅਦ ਰਈਸੀ ਨੇ ਆਪਣੇ ਪਹਿਲੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਕਹੀ ਹੈ। ਰਈਸੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਦੁਨੀਆ ਭਰ ਦੇ ਨਾਲ ਸੰਵਾਦ ਰਚਾਵਾਂਗੇ। ਪਰਮਾਣੂ ਕਰਾਰ ਕਾਰਨ ਅਸੀਂ ਈਰਾਨੀ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਅਸਰ ਨਹੀਂ ਪੈਣ ਦੇਵਾਂਗੇ। ਈਰਾਨ ਦੀ ਅਰਥਵਿਵਸਥਾ ਤੇ ਅਮਰੀਕੀ ਰੋਕਾਂ ਦਾ ਕਾਫੀ ਅਸਰ ਪਿਆ ਹੈ ਤੇ ਨਵੇਂ ਰਾਸ਼ਟਰਪਤੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸਾਬਿਤ ਹੋਣ ਜਾ ਰਹੀ ਹੈ। ਇਸ ਦਰਮਿਆਨ ਅਮਰੀਕਾ ਨੂੰ ਅਪੀਲ ਕੀਤੀ ਹੈ ਰਈਸੀ ਨੇ ਕਿ ਮੈਂ ਅਮਰੀਕਾ ਨੂੰ ਅਪੀਲ ਕਰਦਾ ਪਰਮਾਣੂ ਕਰਾਰ ਦੇ ਪ੍ਰਤੀ ਆਪਣੀ ਵਚਨਬੱਧਤਾ ਦੀ ਉਹ ਪਾਲਣਾ ਕਰਨ, ਈਰਾਨ ਤੇ ਲਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦੇਣ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਮਰੀਕੀ ਨਿਊਜ਼ ਵੈਬਸਾਈਟ ਐਕਸੀਓਸ ਨੂੰ ਦਿੱਤਾ ਇੰਟਰਵਿਊ ਇਨੀ ਦਿਨੀ ਕਾਫੀ ਚਰਚਾ ਦੇ ਵਿੱਚ ਹੈ। ਇੰਟਰਵਿਊ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਇਹ ਉਦੋਂ ਹੀ ਚਰਚਾ ਵਿੱਚ ਆ ਗਿਆ ਸੀ ਜਦੋਂ ਇੰਟਰਵਿਊ ਦੀ ਇੱਕ ਕਲਿੱਪ ਵਾਇਰਲ ਹੋ ਗਈ ਸੀ। ਇਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਹਿ ਰਹੇ ਨੇ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚ ਕਿਸੇ ਵੀ ਮੁਹਿੰਮ ਦੇ ਲਈ ਅਮਰੀਕਾ ਨੂੰ ਆਪਣੀ ਜ਼ਮੀਨ ਇਸਤੇਮਾਲ ਨਹੀਂ ਕਰਨ ਦੇਵੇਗਾ। ਪਰ ਹੁਣ ਇਸ ਇੰਟਰਵਿਊ ਦੀ ਇੱਕ ਹੋਰ ਗੱਲ ਕਾਫੀ ਚਰਚਾ ਦੇ ਵਿੱਚ ਹੈ। ਇੰਟਰਵਿਊ ਦੌਰਾਨ ਪਰਦਾ ਅਤੇ ਰੇਪ ਪੀੜਤਾਂ ਤੇ ਪ੍ਰਧਾਨ ਮੰਤਰੀ ਦੇ ਪੁਰਾਣੇ ਬਿਆਨਾਂ ਨੂੰ ਲੈ ਕੇ ਜਦੋਂ ਸਫਾਈ ਮੰਗੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਬੇਹੂਦਾ ਗੱਲਾਂ ਨੇ। ਮੈਂ ਸਿਰਫ ਪਰਦੇ ਤੇ ਵਿਚਾਰ ਕਰਨ ਦੀ ਗੱਲ ਕਹੀ ਸੀ। ਇੱਥੇ ਨਾ ਹੀ ਡਿਸਕੋ ਹੈ ਨਾ ਹੀ ਨਾਈਟ ਕਲੱਬ ਨੇ। ਇਹ ਬਿਲਕੁਲ ਵੱਖਰਾ ਸਮਾਜ ਹੈ। ਇੱਥੇ ਜਿਉਣ ਦਾ ਤਰੀਕਾ ਵੱਖਰਾ ਹੈ। ਜੇ ਤੁਸੀਂ ਇੱਥੇ ਨੁਮਾਇਸ਼ ਵਧਾਓਗੇ ਤਾਂ ਨੌਜਵਾਨਾਂ ਨੂੰ ਕਿਤੇ ਜਾਣ ਦਾ ਮੌਕਾ ਨਹੀਂ ਹੋਵੇਗਾ ਤੇ ਇਸ ਦੇ ਕੁਛ ਨਾ ਕੁਛ ਤਾਂ ਨਤੀਜੇ ਨਿਕਲਣਗੇ। ਇਸ ਤੋਂ ਬਾਅਦ ਜੋਨਾਥਨ ਨੇ ਇਮਰਾਨ ਖਾਨ ਤੋਂ ਪੁੱਛਿਆ, ਜੋਨਾਥਨ
ਜੋਨਾਥਨ ਪੱਤਰਕਾਰ ਦਾ ਨਾਮ ਹੈ, ਇਮਰਾਨ ਖਾਨ ਨੂੰ ਪੁੱਛਿਆ ਕਿ ਕੀ ਉਹ ਔਰਤਾਂ ਦੇ ਕੱਪੜੇ ਪਹਿਨਣ ਨੂੰ ਲੈ ਕੇ ਗੱਲ ਕਰ ਰਹੇ ਨੇ, ਤਾਂ ਇਮਰਾਨ ਨੇ ਕਿਹਾ ਕਿ ਜੇ ਇੱਥੇ ਔਰਤਾਂ ਬਹੁਤ ਛੋਟੇ ਕੱਪੜੇ ਪਹਿਨਦੀਆਂ ਨੇ ਤਾਂ ਉਸ ਦਾ ਅਸਰ ਜ਼ਰੂਰ ਪੁਰਸ਼ਾਂ ਤੇ ਪਏਗਾ, ਮਰਦਾਂ ਤੇ ਪਏਗਾ, ਜਦੋਂ ਤੱਕ ਕਿ ਉਹ ਮਰਦ ਰੋਬੋਟ ਨਾ ਹੋਣ। ਜੋਨਾਥਨ ਨੇ ਫਿਰ ਇਮਰਾਨ ਖਾਨ ਨੂੰ ਪੁੱਛਿਆ ਕਿ ਕੀ ਉਹ ਕਹਿ ਰਹੇ ਨੇ ਕਿ ਕੱਪੜੇ ਯੌਨ ਹਿੰਸਾ ਨੂੰ बढ़ावा ਦਿੰਦੇ ਨੇ, ਤੇ ਇਮਰਾਨ ਖਾਨ ਨੇ ਫਿਰ ਕਿਹਾ ਕਿ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਸਮਾਜ ਦੇ ਵਿੱਚ ਰਹਿੰਦੇ ਹੋ, ਕਿਹੋ ਜਿਹੇ ਹਾਲਾਤਾਂ ਵਿੱਚ ਰਹਿੰਦੇ ਹੋ। ਜੇ ਕਿਸੇ ਨੇ ਕਿਸੇ ਚੀਜ਼ ਨੂੰ ਨਹੀਂ ਦੇਖਿਆ ਤਾਂ ਇਸ ਦਾ ਉਸ ਬੰਦੇ ਤੇ ਪ੍ਰਭਾਵ ਜ਼ਰੂਰ ਪਏਗਾ। ਨੇਪਾਲ ਤੋਂ ਖਬਰ ਹੈ, ਜਿੱਥੇ ਪਿਛਲੇ ਹਫ਼ਤੇ ਪਏ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਆਉਣ ਨਾਲ ਘੱਟੋ-ਘੱਟ 18 ਜਣਿਆਂ ਦੀ ਮੌਤ ਹੋ ਗਈ ਤੇ 21 ਹੋਰ ਲਾਪਤਾ ਨੇ। ਪੁਲਿਸ ਨੇ ਦੱਸਿਆ ਕਿ ਪਿਛਲੇ ਹਫ਼ਤੇ ਨੇਪਾਲ ਦੇ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ ਹੈ ਤੇ ਬੁਨਿਆਦੀ ਢਾਂਚੇ ਦਾ ਨੁਕਸਾਨ ਹੋਇਆ। ਭਾਰੀ ਮੀਂਹ ਕਾਰਨ ਨਦੀਆਂ ਓਵਰਫਲੋ ਹੋ ਗਈਆਂ, ਵੱਡੇ ਪੱਧਰ ਤੇ ਨੁਕਸਾਨ ਹੋਇਆ। ਨੇਪਾਲ ਪੁਲਿਸ, ਫੌਜ ਤੇ ਸ਼ਸਤਰ ਪੁਲਿਸ ਬਲ ਦੇ ਵੱਲੋਂ ਬਚਾਅ ਤੇ ਰਾਹਤ ਮੁਹਿੰਮ ਹੈ ਜਿਹੜੀ ਉਹ ਚਲਾਈ ਜਾ ਰਹੀ ਹੈ। ਨੇਪਾਲ ਦੇ ਵਿੱਚ 4 ਔਰਤਾਂ ਤੇ 3 ਬੱਚਿਆਂ ਸਣੇ ਕਰੀਬ 18 ਜਣਿਆਂ ਨੂੰ ਪਿਛਲੇ ਹਫ਼ਤੇ ਜਾਨ ਵੀ ਗੁਆਉਣੀ ਪਈ ਹੈ ਤੇ 20 ਵਿਅਕਤੀ ਲਾਪਤਾ ਵੀ ਹੈਗੇ ਨੇ। ਮੇਲਾ ਮੱਛੀ ਖੇਤਰ ਦੇ ਵਿੱਚ ਤੇ ਬਾਜੂਰਾ ਦਾ 1 ਜਣਾ ਲਾਪਤਾ ਹੈ। ਇਸ ਦਰਮਿਆਨ ਸਿੰਧੂਪਾਲ ਚੌਂਕ ਸਥਿਤ ਤਾਤੋਪਾਨੀ ਸਰਹੱਦੀ ਚੌਂਕੀ ਨੂੰ ਬੰਦ ਕਰ ਦਿੱਤਾ ਗਿਆ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।